ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਦੂਜੀ ਪਉ ਲੱਖ ਹੋਏ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇਕ ਦੂਜੀ ਪਉ ਲੱਖ ਹੋਏ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਜੁਗੋ ਜੁਗ ਅਟਲ। ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਰੂਪ ਸ਼ਬਦ ਅਵਤਾਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਇਸ ਸੁਭਾਗੇ ਸਮੇਂ ਦਾ ਲਾਭ ਪ੍ਰਾਪਤ ਕੀਤਾ। ਆਪਣੇ ਆਪ ਨੂੰ ਵਡਭਾਗੀ ਬਣਾਉਣ ਦਾ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਯਤਨ ਕੀਤਾ। ਸਰੀਰ ਦੇ ਜਿੰਨੇ ਵੀ ਅੰਗ ਆ ਪਰਮੇਸ਼ਰ ਨੇ ਸੇਵਾ ਅਤੇ ਸਿਮਰਨ ਕਰਨ ਵਾਸਤੇ ਲਾਏ ਆ। ਜੇਕਰ ਆਪਾਂ ਸਿਮਰਨ ਜਾਂ ਸੇਵਾ ਨਹੀਂ ਕਰਦੇ, ਇਹਨਾਂ ਦੇ ਨਾਲ ਧਰਮ ਦਾ ਕਰਮ ਨਹੀਂ ਕਰਦੇ, ਇਹਨਾਂ ਦੀ ਵਰਤੋਂ ਚੰਗੇ ਤਰੀਕੇ ਨਾਲ ਨਹੀਂ ਕਰਦੇ, ਆਮ ਤੌਰ ਤੇ ਬਹੁਤਾਤ ਗਿਣਤੀ ਵਿੱਚ ਲੋਕ ਵਰਤੋਂ ਦੀ ਥਾਂ ਤੇ ਦੁਰਵਰਤੋਂ ਕਰਦੇ ਆ। ਜਿਸ ਤਰ੍ਹਾਂ ਕਿ ਜ਼ਬਾਨ ਆ, ਜ਼ਬਾਨ ਪਰਮੇਸ਼ਰ ਨੇ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਲਾਈ ਹੈ, ਝੂਠ ਬੋਲਣ ਵਾਸਤੇ ਨਹੀਂ। ਪਰ ਬਹੁਤਾਤ ਗਿਣਤੀ ਵਿੱਚ ਇਸ ਜ਼ਬਾਨ ਦੇ ਨਾਲ ਲੋਕ ਝੂਠ ਬੋਲਦੇ ਆ, ਸੱਚ ਨਹੀਂ ਬੋਲਦੇ। ਜਿਹੜਾ ਪ੍ਰਾਣਾਧਾਰੀ ਜੀਵ ਇਸ ਜ਼ਬਾਨ ਦੇ ਨਾਲ ਝੂਠ ਬੋਲਦਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਕੂੜ ਬੋਲ
ਮੁਰਦਾਰ ਖਾਏ ਆਵਰੀ ਨੂੰ ਸਮਝਾਵਣ ਜਾਏ। ਝੂਠ ਬੋਲਦਾ ਹੈ, ਇੱਕ ਝੂਠ ਬੋਲਣਾ ਮੁਰਦਾ ਖਾਣ ਦੇ ਬਰਾਬਰ ਆ। ਅਕਸਰ ਦੁਨੀਆ ਦੇ ਲੋਕ ਝੂਠ ਬੋਲਦੇ ਆ, ਪਰ ਗੁਰਮੁਖੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਝੂਠ ਬੋਲਣਾ ਬਹੁਤ ਪਾਪ ਆ, ਬਹੁਤ ਹੀ ਵੱਡਾ ਅਪਰਾਧ ਆ। ਕਿੰਨਾ ਕੁ ਅਪਰਾਧ ਆ, ਇੱਕ ਮੁਰਦਾ ਖਾ ਲਿਆ ਤੇ ਝੂਠ ਬੋਲਿਆ ਇੱਕ ਬਰਾਬਰ ਆ। ਜਿਹੜੇ ਵਿਦਵਾਨ ਲੋਕ ਸਨ ਉਹਨਾਂ ਨੂੰ ਸੰਬੋਧਨ ਕਰਕੇ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਇਹ ਵਿਦਵਾਨ ਬੁੱਧੀਵਾਨ ਜੀਵ ਝੂਠ ਨਾ ਬੋਲ, ਸੱਚ ਕਹਿ। ਸੱਚ ਬੋਲਣ ਵਾਸਤੇ ਤੇ ਸੱਚ ਸੁਣਨ ਵਾਸਤੇ ਇਸ ਧਰਤੀ ਤੇ ਤੈਨੂੰ ਪਰਮੇਸ਼ਰ ਨੇ ਮਨੁੱਖਾ ਸਰੀਰ ਦਿੱਤਾ ਹੈ, ਪਰ ਮਨੁੱਖ ਇਹਦੇ ਉਲਟ ਜਾਂਦਾ ਹੈ, ਝੂਠ ਹੀ ਬੋਲਦਾ ਹੈ, ਝੂਠ ਹੀ ਸੁਣਦਾ ਤੇ ਝੂਠ ਹੀ ਵੇਖਦਾ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ ਸੱਚ ਹੈ। ਸੱਚ ਸਦੀਵ ਕਾਲ ਅਟਲ ਰਹਿਣ ਵਾਲਾ ਹੈ। ਸੱਚ ਮਿਟਦਾ ਨਹੀਂ, ਸੱਚ ਹਰਦਾ ਨਹੀਂ। ਅਕਸਰ ਦੁਨੀਆ ਦੇ ਲੋਕ ਇਸ ਜ਼ਬਾਨ ਦੇ ਨਾਲ ਝੂਠੀ ਵਡਿਆਈ, ਨਿੱਜੀ ਸ਼ੋਹਰਤ ਕਰਦੇ ਆਮ ਦੁਨੀਆ ਦੇ ਵਿੱਚ ਵੇਖੇ ਜਾਂਦੇ ਆ। ਜਦੋਂ ਸਰਕਾਰੀ ਦਰਬਾਰੇ ਵੀ ਗੱਲ ਜਾਂਦੀ ਹੈ, ਉਹ ਵੀ ਕਹਿੰਦੇ ਭਾਈ ਇੱਥੇ ਸੱਚ ਬੋਲਣੀ, ਝੂਠ ਨਾ ਬੋਲਣੀ। ਦੁਨੀਆ ਦੀਆਂ ਝੂਠੀਆਂ ਕਚਹਿਰੀਆਂ ਵਿੱਚ ਵੀ ਗੁਰਮੁਖੋ ਸੱਚ ਬੋਲਣ ਵਾਸਤੇ ਬੰਦੇ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਆਮ ਸਿਆਣੇ ਵਿਦਵਾਨ ਲੋਕਾਂ ਦਾ ਕਥਨ ਹੈ, ਬੰਦਾ ਇੱਕ ਝੂਠ ਬੋਲਦਾ ਹੈ, ਪਰ ਉਹ ਝੂਠ ਛੁਪਦਾ ਨਹੀਂ, ਯਾਰ ਹੋ ਜਾਂਦਾ ਹੈ। ਉਸ ਇੱਕ ਝੂਠ ਨੂੰ ਛੁਪਾਉਣ ਬਦਲੇ 100 ਝੂਠ ਹੋਰ ਬੋਲਦਾ ਹੈ, ਪਰ ਫੇਰ ਵੀ ਉਹ ਝੂਠ ਯਾਰ ਹੋ ਜਾਂਦਾ ਹੈ। ਸੱਚ ਨੂੰ ਕੋਈ ਮਾਰ ਨਹੀਂ, ਸੱਚ ਨੂੰ ਕੋਈ ਪਰੇਸ਼ਾਨੀ ਵੀ ਨਹੀਂ। ਤੇ ਸੱਚ ਕੀ ਹੈ? ਪਰਮੇਸ਼ਰ ਦਾ ਨਾਮ ਇਹ ਸੱਚ ਹੈ। ਆਮ ਤੌਰ ਤੇ ਤੁਸੀਂ ਪਿੰਡਾਂ, ਸ਼ਹਿਰਾਂ, ਕਸਬਿਆਂ, ਨਗਰਾਂ ਦੇ ਵਿੱਚ ਵੇਖਿਆ ਹੋਣਾ ਹੈ, ਲੋਕ ਪੈਸੇ ਦੇ ਕਰਕੇ ਤੇ ਝੂਠ ਸੁਣਦੇ ਆ, ਝੂਠ ਵੇਖਦੇ ਆ। ਉਹ ਝੂਠ ਤੇ ਗੰਧ ਆਪਣੇ ਪਰਿਵਾਰ ਨੂੰ ਸੁਣਾਉਂਦੇ ਆ। ਕੀ ਹੈ? ਉਹਨਾਂ ਨੂੰ ਕਹਿ ਦਿੰਦੇ ਕਲਾਕਾਰ। ਗੁਰਮੁਖੋ ਜਾਂ ਫਿਰ ਉਹਨਾਂ ਦਾ ਨਾਂ ਕਹਿ ਦਿੰਦੇ ਸੱਭਿਆਚਾਰਕ ਮੇਲਾ ਹੋਇਆ। ਨਹੀਂ, ਉਹ ਕਲਾਕਾਰ ਵੀ ਨਹੀਂ, ਉਹ ਸੱਭਿਆਚਾਰ ਵੀ ਨਹੀਂ। ਗੁਰਮੁਖੋ ਉਹ ਕਲਾਕਾਰੀ ਕਾਹਦੀ ਹੈ? ਜਿਹੜੀ ਗੰਦ ਬੋਲ ਕਰਕੇ ਸੁਣਨ ਵਾਲੇ ਸਰੋਤਿਆਂ ਨੂੰ ਗੰਦ ਸੁਣਾਉਂਦੀ ਆ, ਉਹ ਕਲਾਕਾਰੀ ਨਹੀਂ, ਉਹ ਭ੍ਰਿਸ਼ਟਾਚਾਰੀ ਆ। ਜਿਹਨੂੰ ਅਸੀਂ ਲੋਕਾਂ ਨੇ ਸੱਭਿਆਚਾਰ ਦਾ ਖਿਤਾਬ ਦਿੱਤਾ, ਅਸਲ ਵਿੱਚ ਉਹ ਸੱਭਿਆਚਾਰ ਨੇ ਗੁਰਮੁਖੋ, ਉਹ ਸਤਿਆਨਾਸ਼ ਆ। ਸੱਭਿਆਚਾਰ ਸਾਡਾ ਇਹ ਨਹੀਂ। ਸਾਡੇ ਸੱਭਿਆਚਾਰ ਦੇ ਸੰਬੰਧ ਵਿੱਚ
ਪਾਵਨ ਗੁਰਬਾਣੀ ਦੇ ਬਚਨ ਹਨ, ਮੇਰੇ ਮੋਹਨ ਸ਼ਰਮਨੀ ਇਹ ਨ ਸੁਨਾਏ, ਸਾਕਤ ਗੀਤ ਨਾਦ ਤੁਨ ਬੋਲਤ, ਸਾਕਤ ਗੀਤ ਨਾਦ ਤੁਨ ਗਾਵਤ, ਬੋਲਤ ਬੋਲ ਅਜਾਏ। ਮੇਰੇ ਮੋਹਨ ਸ਼ਰਮਨੀ ਇਹ ਨਾ ਸੁਣਾਏ, ਆਪਣੇ ਕੰਨਾਂ ਨੂੰ ਗੰਦੇ ਗੀਤ ਕਦੇ ਨਹੀਂ ਸੁਣਾਉਣੇ, ਆਪਣੀ ਜ਼ਬਾਨ ਦੇ ਨਾਲ ਗੰਦ ਕਦੇ ਵਾਸਤੇ ਬੋਲਣਾ ਨਹੀਂ। ਕਿਉਂ ਨਹੀਂ ਬੋਲਣਾ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਪਰਮੇਸ਼ਰ ਦੀ ਜੋਤ ਆ ਤੇਰੇ ਅੰਦਰ, ਉਹ ਤੈਨੂੰ ਸਦਾ ਸੁਣਦਾ ਤੇ ਸਦਾ ਤੈਨੂੰ ਵੇਖਦਾ ਵੀ ਆ। ਆਪਾਂ ਰੋਜ਼ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਤੀਜੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆਂ। ਇਹ ਕੰਨਾਂ ਦਾ ਕੰਮ ਕੀ ਹੈ? ਕੰਨਾਂ ਨੂੰ ਸੰਬੋਧਨ ਕਰਕੇ ਤੀਜੇ ਪਾਤਸ਼ਾਹ ਜੀ ਨੇ ਬਚਨ ਕੀਤੇ, ਏ ਸਰਵਣੋ ਮੇਰਿਓ ਸਾਚੇ ਸੁਨਣੇ ਨੋ ਪਠਾਏ, ਸਾਚੇ ਸੁਨਣੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹਨਾਂ ਕੰਨਾਂ ਦੇ ਨਾਲ ਸੱਚੀ ਬਾਣੀ ਸੁਣਨੀ ਆ, ਕੱਚੀ ਜਾਂ ਗੰਦੀ ਬਾਣੀ ਕਦੇ ਨਹੀਂ ਸੁਣਨੀ। ਅਕਸਰ ਦੁਨੀਆ ਦੇ ਲੋਕ ਗੰਦ ਬੋਲਦੇ ਆ, ਗੰਦ ਲੋਕਾਂ ਨੂੰ ਸੁਣਾਉਂਦੇ ਆ। ਉਹ ਗੰਦ ਬੋਲਣ ਵਾਸਤੇ, ਉਹ ਗੰਦ ਸੁਣਨ ਵਾਸਤੇ ਲੱਖਾਂ ਰੁਪਈਆ ਖਰਚ ਕਰਦੇ ਆ, ਲੱਖਾਂ। ਤੇ ਪਰ ਇਹ ਬੋਲਿਆ, ਇਹ ਸੁਣਿਆ, ਇਹ ਸੁਣਾਇਆ, ਇਹ ਲੱਖਾਂ ਰੁਪਈਆ ਗੁਰਮਖੋ ਕਿਸੇ ਵੀ ਅਰਥ, ਕਿਸੇ ਵੀ ਲੇਖੇ ਵਿੱਚ ਨਹੀਂ। ਤੇ ਆਮ ਲੋਕਾਂ ਨੇ ਇਹਨੂੰ ਦਿੱਤਾ ਕੀ ਖਦਾਵ? ਸੱਭਿਆਚਾਰ। ਜਿਹੜੀ ਜ਼ਬਾਨ ਦੇ ਨਾਲ ਅਸੀਂ ਗੰਦ ਬੋਲਦੇ ਆਂ, ਉਸ ਜ਼ਬਾਨ ਨੂੰ ਗੁਰਮਖੋ ਫਿਰ ਸਜ਼ਾ ਵੀ ਮਿਲਦੀ ਆ। ਉਹ ਸਜ਼ਾ ਲਿਖੀ ਕਿੱਥੇ ਆ? ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਅੰਦਰ, ਰਸਨਾ ਜਪੇ ਨਾ ਨਾਮ। ਰਸਨਾ ਨਾਮ ਹੈ ਰਸ ਲੈਣ ਵਾਲੀ ਜ਼ੁਬਾਨ ਦਾ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਾਰ ਕੱਟਿਐ। ਗੁਰਮੁਖਾ ਯਾਦ ਰੱਖੀ, ਇਹਦੇ ਨਾਲ ਗੰਦ ਬੋਲੇਗਾ, ਗੰਦ ਸੁਣਾਵੇਂਗਾ, ਜਦੋਂ ਪਰਲੋਕ ਵਿੱਚ ਜਾਵੇਂਗਾ ਇਸ ਤੇਰੀ ਜ਼ੁਬਾਨ ਨੂੰ ਤਿਲ ਤਿਲ ਜਿੱਡੇ ਟੋਟੇ ਕਰਕੇ ਕੱਟਿਆ ਜਾਵੇਗਾ। ਕਿਉਂ ਕੱਟਿਆ ਜਾਵੇਗਾ? ਕਿਉਂ? ਇਹ ਜੀਵ ਤੈਨੂੰ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਦਿੱਤੀ ਸੀ, ਨਾ ਕਿ ਗੰਦ ਬੋਲਣ, ਗੰਦ ਲੋਕਾਂ ਨੂੰ ਸੁਣਾਉਣ ਵਾਸਤੇ ਦਿੱਤੀ ਸੀ। ਤੇ ਫਿਰ ਕੰਨਾਂ ਦੇ ਪਰਥਾਈ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਆ, ਕਰਨ ਨਾ ਸੁਨਹੀ ਨਾਦ, ਕਰਨ ਮੁੰਦ ਘਾਲਿਆ। ਇਹਨਾਂ ਦੇ ਵਿੱਚ ਸਿੱਕਾ ਢਾਲਿਆ ਜਾਂਦਾ, ਕੰਨਾਂ ਨੂੰ ਵੀ ਸਜ਼ਾ ਮਿਲਦੀ ਹੈ। ਇਹ ਪਰਮੇਸ਼ਰ ਦੀ ਬੰਦਗੀ ਸੁਣਨ ਵਾਸਤੇ, ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਸਰੀਰ ਦੇ ਨਾਲ ਕੰਨ ਲਾਏ ਆ। ਸਾਰੇ ਸਰੀਰ ਦੀ ਜਿਹੜੀ ਬਨਾਵਟ ਆ, ਉਹਨਾਂ ਦੇ ਥਾਂ ਪ੍ਰਥਾਂ ਜਿਹੜੇ ਅੰਗ ਲਾਏ ਆ। ਭਾਈ ਗੁਰਦਾਸ ਜੀ ਦਾ ਕਥਨ ਹੈ, ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਵਨ ਰੱਜੀਆ ਕਰ ਭੋਗ ਬਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਆਸੇ। ਰਜ ਨ ਕੋਈ ਜੀਵਿਆ ਕੂੜੇ ਪ੍ਰਵਾਸੇ,
ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੀ। ਇਹ ਅੱਖਾਂ ਪਰਾਇਆ ਤਨ ਤੇ ਪਰਾਇਆ ਤਨ ਦੇਖ ਕਰਕੇ ਨਹੀਂ ਰੱਜਦੀਆਂ। ਕੰਨ ਆਪਣੀ ਵਡਿਆਈ ਪਰਾਏ ਦੀ ਨਿੰਦਾ ਸੁਣ ਕਰਕੇ ਗੁਰਮੁਖੋ ਕਦੇ ਨਹੀਂ ਰੱਜਦੇ। ਨੱਕ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲੈ ਕਰਕੇ ਕਦੇ ਨਹੀਂ ਰੱਜਦਾ। ਜ਼ੁਬਾਨ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਪਦਾਰਥ ਖਾ ਕਰਕੇ ਗੁਰਮੁਖੋ ਕਦੇ ਵੀ ਨਹੀਂ ਰੱਜਦੀ। ਭਾਵੇਂ ਜਿੰਨੀ ਉਮਰ ਮਰਜੀ ਬੰਦਾ ਇਸ ਸਰੀਰ ਦੇ ਵਿੱਚ ਭੋਗ ਲਵੇ, ਪਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਉਮਰ ਭੋਗ ਕਰਕੇ ਰੱਜ ਗਿਆ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਇਹ ਝੂਠੇ ਵਿਸ਼ਵਾਸ ਝੂਠੇ ਪਰਾਸੇ। ਫਿਰ ਸੱਚਾ ਕੀ ਆ? ਪੀਰ ਮੁਰੀਦਾਂ ਪਿਰਹੜੀ। ਪਿਰਹੜੀ ਕਹਿੰਦੇ ਪ੍ਰੇਮ ਨੂੰ, ਪ੍ਰਤੀਤ ਨੂੰ। ਸੱਚੀ ਰਹਿ ਰਾਸੇ। ਇਹ ਗੁਰਮੁਖੋ ਇਹ ਸੱਚੀ ਰੀਤੀ, ਸੱਚਾ ਰਿਵਾਜ, ਸੱਚਾ ਕਰਮ ਹੈ ਜਿਹੜੀ ਬੰਦਗੀ ਕਰਨੀ ਆਪਣੀ ਜ਼ੁਬਾਨ ਦੇ ਨਾਲ। ਤੇ ਫਿਰ ਇਹ ਪ੍ਰੇਮ ਜ਼ੁਬਾਨ ਦੇ ਨਾਲ ਨਹੀਂ, ਇਹ ਪ੍ਰੇਮ ਮਨ ਕਰਕੇ ਆਪਣੇ ਧਰਮ ਨਾਲ ਹੋਣਾ ਚਾਹੀਦਾ, ਆਪਣੇ ਗੁਰੂ ਦੇ ਨਾਲ ਮਨ ਕਰਕੇ ਪ੍ਰੇਮ। ਤੇ ਪ੍ਰੇਮ ਦੇ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਮਨ ਕਰਕੇ ਤੇਰਾ ਪ੍ਰੇਮ ਹੋਣਾ ਚਾਹੀਦਾ ਗੁਰੂ ਦੇ ਨਾਲ, ਗੱਲਾਂ ਦੇ ਨਾਲ ਨਹੀਂ। ਗੱਲਾਂ ਦੇ ਨਾਲ ਅਸੀਂ ਬਹੁਤ ਕੁਝ ਕਰਦੇ ਹਾਂ। ਗੁਰਮੁਖੋ ਇਸ ਜ਼ੁਬਾਨ ਦੇ ਨਾਲ ਪਰਮੇਸ਼ਰ ਦਾ ਜਸ ਕਰਨਾ ਸੀ, ਪਰਮੇਸ਼ਰ ਦੀ ਵਡਿਆਈ ਕਰਨੀ ਸੀ, ਪਰਮੇਸ਼ਰ ਦੀ ਬੰਦਗੀ ਕਰਨੀ ਸੀ। ਪੈਰਾਂ ਦੇ ਨਾਲ ਸੰਗਤ ਵਿੱਚ ਚੱਲ ਕਰਕੇ ਜਾਣਾ ਸੀ, ਪਰ ਸੰਗਤ ਨਹੀਂ ਕੀਤੀ। ਉਹ ਸੰਗਤ ਕੀਤੀ ਹੈ, ਸੰਗਤ ਪਿੰਡ ਵਿੱਚ ਹੁੰਦੀ ਆ, ਨਹੀਂ ਜਾਂਦੇ। ਕੋਈ ਸੰਗਤ 20-25 ਕਿਲੋਮੀਟਰ ਤੇ ਹੋਣੀ ਆ ਤੇ ਉੱਥੇ ਅਸੀਂ ਚੱਲ ਕਰਕੇ ਜਾਂਦੇ ਆ। ਕਿਉਂ? ਮਨ ਦੀ ਖਿੱਚ, ਮਨ ਦਾ ਲਕਾ ਖੋਟੀ ਸੰਗਤ ਨਾਲ ਆ, ਦੂਰ ਲੈ ਗਿਆ। ਮਨ ਦਾ ਲਗਾ ਸੰਗਤ ਨਾਲ ਨਹੀਂ, ਪਿੰਡ ਵਿੱਚ ਵੀ ਨਹੀਂ ਆਇਆ। ਨਹੀਂ, ਮੇਰਾ ਟਾਈਮ ਨਹੀਂ। ਤੇ ਗੁਰਮੁਖੋ ਇਹ ਜ਼ੁਬਾਨ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੰਦਗੀ ਕਰਨ ਵਾਸਤੇ ਦਿੱਤੀ ਆ। ਪਾਵਨ ਗੁਰਬਾਣੀ ਦੇ ਬਚਨ ਹਨ। ਆਇਓ ਸੁਨਨ ਪੜਨ ਕਉ ਬਾਣੀ। ਅਸੀਂ ਬਾਣੀ ਪੜਨ ਵਾਸਤੇ, ਬਾਣੀ ਸੁਣਨ ਵਾਸਤੇ ਇਸ ਮਾਤ ਲੋਕ ਤੇ ਆਏ। ਨਾਮ ਵਿਸਾਰ, ਨਾਮ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਲੱਗੇ ਅਨ ਲਾਲਚ, ਹੋਰ ਨਾ ਲਾਲਚਾਂ ਵਿੱਚ ਪੈ ਗਿਆ। ਬਿਰਥਾ ਜਨਮ ਪ੍ਰਾਣੀ, ਇਹ ਤੇਰਾ ਸਾਰਾ ਜਨਮ ਬਿਰਥਾ ਗਿਆ ਝੂਠੀ ਦੁਨੀਆ ਵਿੱਚ ਲੱਗ ਕਰਕੇ। ਤੇ ਫਿਰ ਬਾਣੀ ਕਿਹੜੀ ਪੜ੍ਹਨੀ ਆ, ਕਿਹੜੀ ਸੱਚੀ ਆ, ਕਿਹੜੀ ਕੱਚੀ ਆ। ਤੀਜੇ ਪਾਤਸ਼ਾਹ ਆਨੰਦ ਸਾਹਿਬ ਦੀ ਬਾਣੀ ਅੰਦਰ ਕਥਨ ਕਰਦੇ ਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ ਕਹਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਆਵਾਜ਼ ਮਾਰ ਕਰਕੇ ਬਚਨ ਕੀਤੇ। ਆਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਹੋ ਸੱਚੀ ਬਾਣੀ। ਬਾਣੀ ਤਾਂ ਗਾਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸਾਰੀਆਂ ਬਾਣੀਆਂ ਦੇ ਨਾਲੋਂ ਜਿਹੜੀ ਸ਼੍ਰੋਮਣੀ ਬਾਣੀ ਆ, ਉਹਨੂੰ ਪੜ੍ਹ, ਉਹਨੂੰ ਸੁਣ, ਉਹਨੂੰ ਆਪਣੇ ਹਿਰਦੇ ਵਿੱਚ ਬਿਠਾ।
ਤੇ ਗੁਰਬਾਣੀ ਪੜ੍ਹਨ ਵਾਲੇ ਦੀ ਪਰਥਾਈ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਗੁਰਬਾਣੀ ਗਾਵਹਿ ਭਾਈ ਉਹ ਸਦਾ ਸਫਲ ਸੁਖਦਾਈ। ਉਹਦਾ ਬੋਲਿਆ, ਉਹਦਾ ਸੁਣਿਆ ਸਦਾ ਗੁਰਮੁਖੋ ਸਫਲ ਹੈ, ਤੇ ਬਾਣੀ ਦੇ ਨਾਲ ਹਰ ਤਰ੍ਹਾਂ ਦਾ ਸੁੱਖ ਮਿਲਦਾ ਹੈ। ਕਿੱਥੋਂ ਕਿੱਥੋਂ ਦੇ ਕਿਹੜੇ ਕਿਹੜੇ ਸੁੱਖ ਮਿਲਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦਾ ਜ਼ਿਕਰ ਬਚਨ ਹੈ। ਬੰਦੇ ਦੀ ਸੋਚ ਹੁੰਦੀ ਆ, ਮੈਨੂੰ ਇਸ ਦੁਨੀਆ ਤੇ ਸੁੱਖ ਮਿਲੇ, ਪਰਲੋਕ ਵਿੱਚ ਵੀ ਮੈਨੂੰ ਦੁੱਖ ਨਾ ਵੇਖਣਾ ਮਿਲੇ। ਗੁਰਮੁਖਾ ਜੇ ਸੁੱਖ ਲੈਣਾ ਤੇ ਗੁਰਬਾਣੀ ਪੜ੍ਹ। ਗੁਰਬਾਣੀ ਦੇ ਬਚਨ ਹਨ, ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਗੁਰਮੁਖਾ ਜੇਕਰ ਇਸ ਲੋਕ ਦੇ ਤੇ ਪਰਲੋਕ ਦੇ ਸੁਖ ਲੈਣੇ ਆ ਨਾ, ਫਿਰ ਗੁਰਬਾਣੀ ਪੜ੍ਹ। ਜਿਹੜਾ ਤੇਰਾ ਮਨ ਮਰਿਆ, ਸਾਧ ਸੰਗਤ ਮਿਲ ਮੋਆ ਜੀਜੈ, ਤੇਰਾ ਮਨ ਜਾਗ ਪਵੇਗਾ। ਅਗੀਤੀ ਸੁੱਤਾ, ਅਗਿਆਨਤਾ ਦੀ ਨੀਂਦ, ਅਵਿਦਿਆ ਦੀ ਨੀਂਦ ਵਿੱਚ ਸੁੱਤਾ, ਤੇ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੇਗਾ ਨਾ, ਫਿਰ ਤੈਨੂੰ ਜਾਗ ਆਵੇਗੀ। ਜਾਗ ਵੀ ਨੀਂਦ ਦੇ ਪਰਥਾਏ। ਬੰਦਾ ਸੁੱਤਾ ਜਦੋਂ ਨਾਮ ਜਪਣਾ ਬਾਣੀ ਪੜ੍ਹਨੀ ਉਦੋਂ ਸੌਂਦਾ, ਖਾਣ ਪੀਣ ਦੇ ਟਾਈਮ ਤੇ ਬੰਦਾ ਜਾਗਦਾ। ਨੀਂਦ ਦੇ ਪਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਗੁਰਬਾਣੀ ਅੰਦਰ ਜ਼ਿਕਰ ਕਰਦੇ ਆ, ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਇਹ ਦੁਨੀਆ ਦੇ ਲੋਕੋ ਸੁੱਤੇ ਕੀ ਕਰਦੇ ਆ? ਬਾਣੀ ਪੜੋ, ਨਾਮ ਜਪੋ। ਜਿਸ ਨੀਂਦ ਦੇ ਨਾਲ ਤੁਸੀਂ ਪਿਆਰ ਕਰਦੇ ਆ, ਜਾਗਦੇ ਨਹੀਂ, ਇਹ ਨੀਂਦ ਤੈਨੂੰ ਇੱਕ ਦਿਨ ਆਉਣੀ ਆ, ਮੁੜ ਕੇ ਜਾਗ ਨਹੀਂ ਆਉਣੀ। ਤੇਰਾ ਸ਼ਰੀਕਾ ਭਾਈਚਾਰਾ ਰਿਸ਼ਤੇਦਾਰ ਤੇਰੇ ਨਾਂ ਲੈ ਕਰਕੇ ਤੈਨੂੰ ਆਵਾਜ਼ ਮਾਰਨਗੇ, ਤੂੰ ਉੱਠਣਾ ਨਹੀਂ। ਹੁਣ ਤੈਨੂੰ ਜਗਾਉਂਦੇ ਆ, ਤੂੰ ਘੇਸ ਮਾਰਦਾ, ਢੀਠ ਹੋ ਜਾਣਾ, ਅਣਸੁਣੀ ਕਰ ਦੇਣਾ ਕਿ ਮੈਨੂੰ ਸੁਣਿਆ ਨਹੀਂ। ਪਰ ਯਾਦ ਰੱਖੀ, ਸਮਾਂ ਆਉਣਾ ਜਦੋਂ ਤੂੰ ਮਰ ਗਿਆ, ਤੇਰੇ ਪਰਿਵਾਰ ਨੇ ਤੇਰਾ ਨਾਂ ਲੈ ਕਰਕੇ ਤੇਰੇ ਕੋਲੇ ਖਲੋ ਕੇ ਆਵਾਜ਼ਾਂ ਮਾਰਨੀਆਂ, ਪਰ ਤੂੰ ਗੁਰਮੁਖਾ ਉੱਠਣਾ ਨਹੀਂ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ, ਲੰਮੀਆਂ ਲੱਤਾਂ ਕਰਕੇ ਤੂੰ ਸੌ ਜਾਣਾ, ਫਿਰ ਉੱਠਣਾ ਨਹੀਂ। ਜਾਗ ਲੇਹੋ ਰੇ ਮਨਾ, ਜਾਗ ਲੇਹੋ ਕਹਾਂ ਗਾਫਲ ਸੋਇਆ, ਇਹ ਮੂਰਖਾ ਮਨਾ ਜਾਗ ਜਾਗ। ਤੂੰ ਮੂਰਖ ਕਿਉਂ ਬਣਿਆ, ਜਾਗਦਾ ਕਿਉਂ ਨਹੀਂ? ਫਿਰ ਸਾਰੀ ਉਮਰ, ਸਾਰੀ ਜ਼ਿੰਦਗੀ, ਸਾਰੀ ਸਵਾਸ ਇਹ ਜੀਵ ਆਤਮਾ ਸੁੱਤਾ ਹੀ ਰਹਿੰਦਾ ਹੈ। ਫਿਰ ਜਾਗਦਾ ਕਦੋਂ ਆ? ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਜਦੋਂ ਜਮਾਂ ਦਾ ਡੰਡਾ ਆ ਕਰਕੇ ਮੂੰਹ ਤੇ ਵੱਜਦਾ ਨਾ, ਫਿਰ ਜਾਗਦਾ। ਜਮਦੂਤ ਲੈਣ ਵਾਸਤੇ ਆਏ ਆ, ਘਰ ਵੱਲ ਤੱਕਦਾ, ਪਰਿਵਾਰ ਵੱਲ ਦੇਖਦਾ, ਨਾ ਤਾਂ ਘਰ ਵਿੱਚ ਰਹਿਣ ਨੂੰ ਮਿਲਣਾ, ਨਾ ਪਰਿਵਾਰ ਨੇ ਹੀ ਤੈਨੂੰ ਛਡਾਉਣਾ। ਗੁਰਮੁਖਾ ਨਾਮ ਜਪ, ਬਾਣੀ ਪੜ, ਸਿਮਰਨ ਕਰ, ਸੇਵਾ ਕਰ। ਜੇ ਤੂੰ ਬਾਣੀ ਨਾ ਪੜੀ, ਸਿਮਰਨ ਨਾ ਕੀਤਾ, ਸੇਵਾ ਨਾ ਕੀਤੀ, ਯਾਦ ਰੱਖੀ ਆਉਣ ਵਾਲਾ ਸਰੀਰ ਤੈਨੂੰ ਪਸ਼ੂ ਦਾ ਮਿਲ ਜਾਣਾ। ਤੇਰੇ 4 ਪੈਰ ਹੋਣਗੇ, ਮੂੰਹ ਗੁੰਗਾ ਹੋਵੇਗਾ, ਤੇਰੇ ਸਿਰ ਦੇ ਉੱਪਰ ਸਿੰਘ ਹੋਣਗੇ,
ਤੈਨੂੰ ਭੁੱਖ ਲੱਗੀ ਹੋਊਗੀ, ਪਰ ਆਪਣੇ ਮਾਲਕ ਨੂੰ ਤੂੰ ਬੋਲ ਕਰਕੇ ਦੱਸ ਨਹੀਂ ਸਕੇਗਾ ਕਿ ਮੈਨੂੰ ਭੁੱਖ ਲੱਗੀ ਹੈ। ਤੈਨੂੰ ਪਿਆਸ ਲੱਗੀ ਹੋਊਗੀ, ਪਰ ਆਪਣੇ ਮਾਲਕ ਨੂੰ ਬੋਲ ਕਰਕੇ ਦੱਸ ਨਹੀਂ ਸਕੇਗਾ ਕਿ ਮੈਨੂੰ ਤੇ ਪਿਆਸ ਲੱਗੀ ਹੈ। ਤੇਰੇ ਤਨ ਤੇ ਕੋਈ ਰੋਗ ਲੱਗ ਗਿਆ, ਆਪਣੇ ਮਾਲਕ ਨੂੰ ਬੋਲ ਕਰਕੇ ਦੱਸ ਨਹੀਂ ਸਕੇਗਾ ਕਿ ਮੈਨੂੰ ਰੋਗ ਲੱਗਾ ਹੈ, ਮੈਂ ਤੁਰ ਨਹੀਂ ਸਕਦਾ, ਮੈਂ ਤੇਰਾ ਕੰਮ ਨਹੀਂ ਕਰ ਸਕਦਾ, ਤੂੰ ਮਾਲਕ ਆਪਣੇ ਨੂੰ ਬੋਲ ਕਰਕੇ ਦੱਸ ਨਹੀਂ ਸਕੇਗਾ। ਉਹ ਜਿਹੜਾ ਸਰੀਰ ਤੈਨੂੰ ਮਿਲਣਾ, ਉਸ ਸਰੀਰ ਦੇ ਪਰਥਾਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਚਾਰ ਪਾਵ, ਪਾਵ ਕਹਿੰਦੇ ਪੈਰਾਂ ਨੂੰ, ਚਾਰ ਪਾਵ ਗੋਂਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲਕਈ ਹੈ। ਗੁਰਮੁਖਾ ਤੇਰੇ ਚਾਰ ਪੈਰ ਹੋਣਗੇ ਤੇ ਮੂੰਹ ਗੁੰਗਾ ਹੋਵੇਗਾ, ਫਿਰ ਆਪਣੇ ਮਾਲਕ ਦੇ ਕੋਲੋਂ ਕਿਸ ਤਰ੍ਹਾਂ ਮੂੰਹ ਲਕਾਉਣਾ ਕਰੇਗਾ। ਹੁਣ ਤੇ ਤੂੰ ਜਦੋਂ ਕੋਈ ਆਵਾਜ਼ ਮਾਰਦਾ ਨਾ ਢੀਠ ਬਣ ਜਾਣਾ, ਆਸ਼ਾ ਪਾਸਾ ਕਰ ਜਾਣਾ, ਪਰ ਉਦੋਂ ਗੁਰਮੁਖਾ ਕਿਵੇਂ ਪਾਸਾ ਕਰੇਗਾ। ਹਮੇਸ਼ਾ ਵਾਸਤੇ ਜਦੋਂ ਬੰਦੇ ਨੇ ਧਰਮ ਦਾ ਕਰਮ ਕਰਨਾ, ਧਰਮ ਦੀ ਗੱਲ ਕਰਨੀ ਆ, ਉਦੋਂ ਭੱਜਣਾ, ਨੱਸਣਾ ਤੇ ਲੁਕਣਾ ਹੈ। ਲੁਕਣ ਦਾ ਯਤਨ ਕਰਨਾ ਹੈ, ਮੈਨੂੰ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਨਾ ਪਵੇ, ਮੈਨੂੰ ਕਥਾ ਵਿੱਚ ਨਾ ਆਉਣਾ ਪਵੇ। ਤੇ ਸੱਚੇ ਪਾਤਸ਼ਾਹ ਇਹੋ ਜਿਹੇ ਲੋਕਾਂ ਦੀ ਹਾਲਤ ਬਿਆਨ ਕੀਤੀ ਆ। ਬੁਰੇ ਕਾਮ ਕਾ ਊਠ ਖਲੋਇਆ, ਬੁਰੇ ਕੰਮ ਵਾਸਤੇ ਝੱਟ ਛਾਲ ਮਾਰ ਕਰਕੇ ਖੜਾ ਹੋ ਜਾਂਦਾ ਹੈ। ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣਾ ਉਦੋਂ ਨੀਂਦ ਆ ਜਾਂਦੀ ਹੈ। ਬੁਰੇ ਕੰਮ ਕਰਨੇ ਆ ਉਦੋਂ ਸ਼ੇਰ ਬਣ ਜਾਣਾ, ਤੇ ਜਦੋਂ ਧਰਮ ਦਾ ਕੰਮ ਕਰਨਾ, ਗੁਰਮੁਖੋ ਬੁਰੇ ਕੰਮ ਨੇ ਸਾਥ ਨਹੀਂ ਦੇਣਾ, ਬੁਰੇ ਕੰਮ ਨੇ ਸਜ਼ਾ ਦਿਵਾਉਣੀ ਆ। ਇਸ ਲੋਕ ਦੀ ਲਾਨਤ, ਪਰਲੋਕ ਦੀ ਸਜ਼ਾ, ਧਰਮ ਦੇ ਕੰਮਾਂ ਨੇ ਇਸ ਲੋਕ ਵਿੱਚ ਵਡਿਆਈ ਕਰਾਉਣੀ ਆ, ਪਰਲੋਕ ਵਿੱਚ ਬੰਦ ਖਲਾਸੀ ਕਰਾਉਣੀ ਆ। ਇਹ ਬੰਦੇ ਦੀ ਆਪਣੀ ਨਿੱਜੀ ਸੋਚ ਆ, ਮੈਂ ਬੁਰੇ ਕੰਮ ਕਰਨੇ ਆ ਜਾਂ ਧਰਮ ਦੇ ਕੰਮ ਕਰਨੇ ਆ। ਆਇਆ ਤਸੀਂ ਸੰਗਤ ਕਰਨ ਵਾਸਤੇ, ਤੇ ਜਿਹੜਾ ਸੰਗਤ ਨਹੀਂ ਕਰਦਾ, ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ, ਜੋ ਸਤਿਗੁਰ ਸਰਣ, ਜੋ ਸੱਚੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਉਹਦੀ ਜ਼ਿੰਦਗੀ ਨੂੰ ਲਾਹਨਤ ਆ। ਜਿਹੜੀ ਹੋਰ ਉਹਨੇ ਜ਼ਿੰਦਗੀ ਜਿਉਣ ਦੀ ਆਸ ਰੱਖੀ ਤੇ ਗੁਰਮੁਖੋ ਉਹਨੂੰ ਵੀ ਲਾਹਨਤ ਆ, ਕਿਉਂਕਿ ਪਿੱਛੇ ਵੀ ਮਾੜੇ ਕਰਮਾਂ ਵਿੱਚ ਬਤੀਤ ਕੀਤੀ ਹੈ। ਰਹਿੰਦੇ ਸਵਾਸ ਵੀ ਮਾੜੀ ਸੰਗਤ ਮਾੜੇ ਕਰਮਾਂ ਵਿੱਚ ਬਤੀਤ ਕਰਨੇ ਆ। ਇਸ ਕਰਕੇ ਜਿਹੜੀ ਜ਼ਿੰਦਗੀ ਬੀਤੀ ਆ ਉਹਨੂੰ ਵੀ ਲਾਹਨਤ, ਜਿਹੜੀ ਜ਼ਿੰਦਗੀ ਜਿਉਣ ਦੀ ਹੋਰ ਆਸ ਰੱਖੀ ਬੈਠਾ ਤੇ ਗੁਰਮੁਖੋ ਉਹਨੂੰ ਵੀ ਲਾਹਨਤ ਆ। ਆਪਾਂ ਕਰਨ ਵਾਸਤੇ ਆਏ ਸੀ ਸੰਗਤ, ਪਰ ਅਸੀਂ ਕਰਦੇ ਆ ਕੁਸੰਗਤ। ਹੱਥਾਂ ਪੈਰਾਂ ਦੇ ਨਾਲ ਸੇਵਾ ਕਰਨੀ ਸੀ, ਪਰ ਸੇਵਾ ਨਹੀਂ ਕੀਤੀ, ਮਾੜੇ ਤੇ ਬੁਰੇ ਕੰਮ ਕੀਤੇ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਇਹਨਾਂ ਹੱਥਾਂ ਤੇ ਪੈਰਾਂ ਨੂੰ ਲਾਹਨਤ ਆ ਜੇਕਰ ਇਹਨਾਂ ਦੇ ਨਾਲ ਸੰਗਤ ਨਹੀਂ ਕਰਦਾ, ਸੇਵਾ ਨਹੀਂ ਕਰਨਾ। ਤੇ ਜਿਹੜੀਆਂ ਹੋਰ ਤੂੰ ਕਰਨੀਆਂ ਕਰਦਾ ਗੁਰਮੁਖਾਂ ਨਿਫੜਿਆ, ਉਹਨਾਂ ਦਾ ਕੋਈ ਫਲ ਨਹੀਂ। ਇਹ ਜ਼ਬਾਨ, ਇਹ ਸਰੀਰ, ਇਹ ਹੱਥ ਪੈਰ ਸੱਚੇ ਪਾਤਸ਼ਾਹ ਜੀ ਨੇ ਸੇਵਾ ਤੇ ਸਿਮਰਨ ਕਰਨ ਵਾਸਤੇ ਦਿੱਤੇ ਸਨ, ਪਰ ਨਾ ਤਾਂ ਸੇਵਾ ਕੀਤੀ ਹੱਥਾਂ ਪੈਰਾਂ ਦੇ ਨਾਲ, ਨਾ ਜ਼ਬਾਨ ਦੇ ਨਾਲ ਸਿਮਰਨ ਕੀਤਾ। ਤੇ ਗੁਰਮੁਖੋ ਜੇਕਰ
ਜ਼ਬਾਨ ਦੀ ਕਿਸੇ ਤੋਂ ਸਾਰ ਪੁੱਛਣੀ ਹੈ ਨਾ, ਵੀ ਜ਼ਬਾਨ ਦੀ ਸਾਰ ਕੀ ਹੈ। ਕਿਸੇ ਗੂੰਗੇ ਬੰਦੇ ਤੋਂ ਪੁੱਛਿਓ ਵੀ ਜ਼ਬਾਨ ਕੀ ਹੁੰਦੀ ਹੈ। ਜ਼ਬਾਨ ਦੀ ਸਾਰ ਇੱਕ ਗੂੰਗਾ ਬੰਦਾ ਜਾਣਦਾ ਹੈ। ਜਿਸ ਜੀਵ ਨੂੰ ਪਰਮੇਸ਼ਰ ਨੇ ਜ਼ਬਾਨ ਦਿੱਤੀ ਉਹਨੂੰ ਕੋਈ ਕਦਰ ਸਾਰ ਨਹੀਂ। ਜੇ ਉਹਨੂੰ ਸਾਰ ਹੋਵੇ ਆਪਣੀ ਜ਼ਬਾਨ ਦੇ ਨਾਲ ਕਦੇ ਵਾਸਤੇ ਉਹ ਗੰਦੇ ਗੀਤ ਨਾ ਗਾਵੇ ਕਿ ਮੈਨੂੰ ਪਰਮੇਸ਼ਰ ਨੇ ਜ਼ਬਾਨ ਦਿੱਤੀ ਆ ਬਾਣੀ ਪੜ੍ਹਨ ਵਾਸਤੇ, ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਦਿੱਤੀ ਆ। ਤੇ ਤੀਜੇ ਪਾਤਸ਼ਾਹ ਜੀ ਦੇ ਬਚਨ ਹਨ, ਇਹ ਰਸਨਾ ਤੂੰ ਅਨ ਰਾਸ ਰਾਚ ਨਹੀਂ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਜਿਚਰ। ਇਹ ਤੇਰੀ ਪਿਆਸ ਜਾਣੀ ਨਹੀਂ। ਜਦੋਂ ਮਿੱਠਾ ਖਾਵੇਂਗਾ ਤੇ ਫਿਰ ਨਮਕੀਨ ਪਦਾਰਥ ਖਾਣ ਵਾਸਤੇ ਤੇਰਾ ਮਨ ਲਲਚਾਵੇਗਾ। ਨਮਕੀਨ ਖਾਦਾ ਤੇ ਮਿੱਠਾ ਖਾਣ ਨੂੰ ਤੇਰਾ ਮਨ ਲਲਚਾਵੇਗਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਜ਼ਬਾਨ ਦੀ ਪਿਆਸ ਜਾਣੀ ਨਹੀਂ। ਜਿੰਨਾ ਮਰਜ਼ੀ ਤੁਸੀਂ ਯਤਨ ਕਰੋ ਇਹ ਪਿਆਸ ਜ਼ਬਾਨ ਦੀ ਕਦੇ ਨਹੀਂ ਜਾਣੀ। ਤੇ ਫਿਰ ਜਾਣੀ ਕਿਵੇਂ ਆ? ਜਿੱਥੋਂ ਜਾਣੀ ਸੀ ਉਹਦਾ ਯਤਨ ਨਹੀਂ ਕੀਤਾ। ਜਿਹਦੇ ਨਾਲ ਅਸੀਂ ਰੱਜਣਾ ਸੀ, ਸਾਨੂੰ ਸੰਤੋਖ ਮਿਲਣਾ ਸੀ, ਉਹ ਪਦਾਰਥ ਨਹੀਂ ਖਾਂਦਾ। ਤੇ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਪਾਸ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਕਿ ਆਪ ਜੀ ਨੇ ਪਿੱਛੇ ਦੱਸਿਆ, ਜਾਂ ਇਹ ਭਗਤੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਿਹੜਾ ਰਸਤਾ ਹੈ ਇਹ ਬਹੁਤ ਕਠਿਨ ਆ। ਸਾਡਾ ਮਤ ਜਿਹੜਾ ਇਹਨੂੰ ਕਹਿੰਦੇ ਕਠਿਨ ਯੋਗ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਭਗਤ ਯੋਗ। ਭਗਤੀ ਕਰਨੀ, ਪਰਿਵਾਰ ਵਿੱਚ ਰਹਿਣਾ, ਖਾਣਾ ਪੀਣਾ ਵੀ ਆ, ਸੰਸਾਰ ਪਰਿਵਾਰ ਛੱਡਣਾ ਨਹੀਂ, ਸੰਨਿਆਸੀ ਨਹੀਂ ਬਣਨਾ, ਪਰਿਵਾਰ ਵਿੱਚ ਰਹਿਣਾ, ਦਸਾਂ ਨੋਹਾਂ ਦੀ ਕਿਰਤ ਕਰਨੀ ਆ, ਕਿਰਤ ਕਰਕੇ ਦਸਵੰਧ ਦੇਣਾ, ਆਪਣੇ ਪਰਿਵਾਰ ਦੀ ਪਾਲਣਾ ਕਰਨੀ ਆ। ਤੇ ਕਈਆਂ ਪ੍ਰੇਮੀਆਂ ਦਾ ਇਹ ਵੀ ਖਿਆਲ ਹੁੰਦਾ ਕਿ ਕਿਰਤ ਮੇਰੀ, ਪੈਸਾ ਮੇਰਾ, ਤੇ ਮੈਂ ਗੁਰਦੁਆਰੇ ਕਿਉਂ ਦੇਵਾਂ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਜੋ ਬਾਬੇ ਕੇ ਦਾਮ ਨਾ ਦਹਿ ਹੈ, ਤਿਨ ਕੇ ਗਹਿ ਬਾਬਰ ਕੇ ਲੈ ਹੈ। ਗੁਰਮੁਖਾ ਦਸਵੰਧ ਗੁਰੂ ਨੂੰ ਦੇਣਾ, ਗੁਰੂ ਤੇਰੀ ਕਮਾਈ ਵਿੱਚ ਸਫਲਤਾ ਪਾਵੇਗਾ। ਸੱਚੇ ਪਾਤਸ਼ਾਹ ਤੇਰੀ ਕਿਰਤ ਲੇਖੇ ਵਿੱਚ ਲਾਉਣਗੇ। ਤੇ ਕਿਰਤ ਵੀ ਧਰਮ ਦੀ, ਕੰਮ ਵੀ ਧਰਮ ਦੇ, ਤੇ ਆਪ ਵੀ ਧਰਮੀ ਬਣਨਾ। ਤੇ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਪਾਸ ਉਹਨਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੋਈ ਸਾਨੂੰ ਸੌਖਾ ਤਰੀਕਾ ਦੱਸੋ। ਜਿਸ ਤਰ੍ਹਾਂ ਕਿ ਆਮ ਦੁਨੀਆ ਦੇ ਲੋਕ ਕਠਿਨ ਤੋਂ ਕਠਿਨ, ਔਖੇ ਤੋਂ ਔਖਾ ਕੰਮ ਕਰ ਲੈਣਗੇ, ਪਰ ਜਦੋਂ ਨਾਮ ਜਪਣਾ ਨਾ ਉਦੋਂ ਕਹਿਣਗੇ ਕਿ ਸੌਖਾ ਜਿਹਾ ਕੰਮ ਕਿਹੜਾ ਹੈ। ਤੇ ਸੌਖਾ ਗੁਰਮੁਖੋ ਇਹ ਆ, ਰਾਧਾ ਸੁਆਮੀ ਦੇ ਚੇਲੇ ਬਣ ਜਾਓ। ਇਹ ਬਹੁਤ ਸੌਖਾ ਹੈ। ਕਿਉਂ? ਉਹ ਆਪ ਵੀ ਨਰਕਾਂ ਦਾ ਪਾਂਧੀ ਆ ਤੇ ਤੁਹਾਨੂੰ ਵੀ ਨਰਕਾਂ ਵਿੱਚ ਲੈ ਕੇ ਜਾਊਗਾ। ਇਹ ਸੌਖਾ ਹੈ। ਨਾ ਤਾਂ ਦਾੜੀ ਮਨਾਉਣ ਤੇ ਪਾਬੰਦੀ ਆ, ਨਾ ਸਿਰ ਮਨਾਉਣ ਤੇ ਕੋ ਰੋਕਿਆ। ਦਾੜੀ ਵੀ ਮਨਾਓ, ਸਿਰ ਵੀ ਮਨਾਓ, ਵਿਸ਼ੇ ਵਿਕਾਰ ਵੀ ਭੋਗੋ, ਮਾੜੇ ਕੋ ਕਰਮ ਵੀ ਕਰੋ, ਕਿਉਂਕਿ ਉਹ ਆਪ ਕਰਦਾ ਰਿਹਾ। ਜਿਸ ਰਸਤੇ ਦਾ ਪਾਂਧੀ ਮਨੁੱਖ ਆਪ ਹੁੰਦਾ ਅਕਸਰ ਉਹ ਕਿਸੇ ਨੂੰ ਰੋਕਦਾ ਨਹੀਂ। ਜਿਹੜਾ ਸ਼ਰਾਬ ਪੀਣ ਵਾਲਾ ਬੰਦਾ ਉਹ ਕਿਵੇਂ ਕਿਸੇ ਨੂੰ ਕਹੂਗਾ ਵੀ ਭਾਈ ਸ਼ਰਾਬ ਨਾ ਪੀ, ਉਹ ਆਪ ਪੀਂਦਾ ਹੈ। ਇਹ ਬਾਘੇ ਪੁਰਾਣੇ ਦੇ ਰਹਿਣ ਵਾਲਾ ਜਿਹੜਾ ਹੁਣ ਗੁਰਿੰਦਰ ਢਿੱਲੋਂ ਆ, ਇਹ ਬਾਘੇ ਪੁਰਾਣੇ ਦੇ ਇਲਾਕੇ ਦਾ ਰਹਿਣ ਵਾਲਾ ਹੈ। ਇਹ ਕਲੱਬਾਂ ਵਿੱਚ ਜਾ ਕਰਕੇ ਮੀਟ ਸ਼ਰਾਬ ਖਾਂਦਾ ਹੁੰਦਾ ਸੀ ਤੇ ਰੰਡੀ ਬਾਜੀ ਕਰਦਾ ਹੁੰਦਾ ਸੀ। ਬਾਘੇ ਪੁਰਾਣੇ ਦੇ ਰਹਿਣ ਵਾਲਾ, ਕੋਈ ਦੁਨੀਆ ਦਾ ਭੈੜਾ ਕਰਮ ਨਹੀਂ ਜਿਹੜਾ ਇਹਨੇ ਕੀਤਾ ਨਹੀਂ। ਦਾੜੀ ਵੀ ਮੰਨਦਾ ਸੀ। ਤੇ ਸਾਡੇ ਲੋਕਾਂ ਦੀ ਬੁੱਧੀ ਤੇ ਪੈ ਗਿਆ ਪੜਦਾ, ਇਹਨੂੰ ਗੁਰੂ ਮੰਨ ਲਿਆ। ਆਖੇ ਜੀ ਬਿਆਸਾ ਵਾਲਾ ਗੁਰੂ ਆ। ਗੁਰਮੁਖੋ ਬਿਆਸਾ ਵਾਲਾ ਗੁਰੂ ਨਹੀਂ, ਬਿਆਸਾ ਵਾਲਾ ਪਖੰਡੀ ਆ। ਇਹ ਦੇਹ ਧਾਰੀ ਆ। ਗੁਰੂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਕਲਯੁਗ ਦੇ ਗੁਰੂ ਆ, ਕਲਯੁਗ ਦੇ ਅਵਤਾਰ ਆ। ਜਿਸ ਤਰ੍ਹਾਂ ਕਿ ਵੋਟਾਂ ਪੈ ਕਰਕੇ ਸਰਕਾਰ ਬਣਦੀ ਹੈ ਨਾ, ਇਸੇ ਤਰ੍ਹਾਂ ਜੁਗਾ ਜੁਗੰਤਰਾਂ ਦੇ ਗੁਰੂ ਹੁੰਦੇ ਆ। ਕਲਯੁਗ ਦੇ ਅਵਤਾਰ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਗੁਰਤਾ ਗੱਦੀ ਦੇ ਮਾਲਕ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਤੇ ਜਿਹੜੇ ਪਖੰਡੀ ਲੋਕ ਇਹਨਾਂ ਨੂੰ ਮੰਨਣ ਵਾਲੇ ਆ ਨਾ, ਉਹ ਕਹਿ ਦਿੰਦੇ ਆ ਕਿ ਗੁਰਬਾਣੀ ਵਿੱਚੋਂ ਹੀ 5 ਸ਼ਬਦ ਦਿੰਦੇ ਆ। ਗੁਰਮੁਖੋ ਨਹੀਂ, ਇਹ ਕਲਯੁਗ ਦਾ ਧਰਮ ਨਹੀਂ, ਕਲਯੁਗ ਦੀ ਰੀਤੀ ਨਹੀਂ। ਇਹ ਦਿੰਦੇ ਕੀ ਆ? ਓੰਕਾਰ, ਰਰੰਕਾਰ, ਸੋਹੰ, ਸਤਨਾਮ ਤੇ ਜੋਤ ਨਿਰੰਜਨ, ਇਹ 5 ਸ਼ਬਦ ਦਿੰਦੇ ਆ। ਓੰਕਾਰ, ਰਰੰਕਾਰ, ਸੋਹੰ, ਸਤਨਾਮ ਤੇ ਜੋਤ ਨਿਰੰਜਨ, ਇਹ 5 ਸ਼ਬਦ ਦਿੰਦੇ ਆ। ਕਹਿ ਦਿੰਦੇ ਇਹਨਾਂ ਨੂੰ ਪੜ੍ਹਨਾ, ਕਿਸੇ ਨੂੰ ਦੱਸਣਾ ਨਹੀਂ। ਤੇ ਮੈਂ ਅਨੇਕਾਂ ਵਾਰ ਸੰਗਤਾਂ ਦੇ ਨਾਲ ਸਟੇਜਾਂ ਤੇ ਇਹ ਸਾਂਝੇ ਕੀਤੀ, ਮੈਨੂੰ ਤੇ ਕੱਖ ਨਹੀਂ ਹੋਇਆ। ਆਖੇ ਜੇ ਇਹ ਕਿਸੇ ਨੂੰ ਦੱਸ ਦਿੱਤਾ, ਕਿਸੇ ਨੂੰ ਸੁਣਾ ਦਿੱਤਾ ਤੇ ਮੰਤਰ ਪੁੱਠਾ ਪੈ ਜਾਣਾ। ਜਿਹੜਾ ਗੁਰੂ ਹੀ ਪੁੱਠਾ ਹੈ, ਜਿਹਦੇ ਜ਼ਿੰਦਗੀ ਦੇ ਕੰਮ ਹੀ ਪੁੱਠੇ ਆ, ਉਹਦਾ ਮੰਤਰ ਕਿੱਥੋਂ ਸਿੱਧਾ ਹੋਊਗਾ? ਹੁਣ ਬੰਦਾ ਇੱਕ ਚੋਰ ਬੰਦੇ ਦੇ ਨਾਲ ਯਾਰੀ ਲਾਵੇ ਤੇ ਫੇਰ ਭਲਾ ਮੰਗੇ, ਤੇ ਗੁਰਮੁਖੋ ਉਹਦਾ ਤੇ ਭਲਾ ਕਦੇ ਨਹੀਂ ਹੋਣਾ। ਚੋਰ ਦੇ ਪ੍ਰਥਾਈ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਚੋਰ ਕੀਆ ਚੰਗਾ ਕਿਉਂ ਹੈ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਆਣਾ। ਇਹ ਤੇ ਖੋਟੇ ਕੰਮ ਆ। ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਗੁਰਮੁਖੋ ਚੋਰ ਲੋਕ ਆ, ਪਰਮੇਸ਼ਰ ਦੀ ਦਰਗਾਹ ਦੇ ਲੋਕ ਆ। ਇਹ ਪੰਥਕ ਚੋਰ ਆ, ਪੰਥ ਦੇ ਨਾਲ ਠੱਗੀ ਮਾਰਦੇ ਆ, ਪੰਥ ਦੇ ਨਾਲ ਧੋਖਾ ਕਰਦੇ ਆ। ਇਹ ਬਰਾਬਰ ਗੁਰਤਾ ਗੱਦੀ ਲਾ ਕਰਕੇ ਤੇ ਗੁਰੂ ਪੰਥ ਗੁਰੂ ਦੇ ਸ਼ਰੀਕ ਬਣੇ ਆ। ਗੁਰਮੁਖੋ ਇਹ ਗੁਰੂ ਨਹੀਂ, ਇਹ ਪਖੰਡੀ ਆ, ਇਹ ਦੰਭੀ ਆ, ਇਹ ਦੇਹਧਾਰੀ ਆ। ਇਹਨਾਂ ਦੇ ਡੇਰਿਆਂ ਤੇ ਬਹੁਤ ਜਾੜੇ ਮਾੜੇ ਕੋ ਕਰਮ ਹੁੰਦੇ ਆ, ਤੇ ਗੁਰੂ ਦੇ ਦਰ ਤੇ ਗੁਰਮੁਖੋ ਸ਼ੁਭ ਕਰਮ ਹੁੰਦੇ ਆ, ਸ੍ਰੇਸ਼ਟ ਕਰਮ ਹੁੰਦੇ ਆ। ਜਿਹੜਾ ਗੁਰੂ ਦੇ ਦਰ ਤੇ ਆਉਂਦਾ, ਸੱਚੇ ਪਾਤਸ਼ਾਹ ਨੂੰ ਆਪਣੇ ਗਲ ਨਾਲ ਲਾਉਂਦੇ ਆ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਗੁਰਮੁਖੋ ਕਲਯੁਗ ਦੇ ਸਮੇਂ ਵਿੱਚ ਜੇਕਰ ਗੁਰੂ ਹੈ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹਨਾਂ ਤੋਂ ਬਿਨਾਂ ਕਲਯੁਗ ਦੇ ਸਮੇਂ ਵਿੱਚ ਕੋਈ ਵੀ ਗੁਰੂ ਨਹੀਂ। ਤੇ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਕੋਈ ਸੌਖਾ ਤਰੀਕਾ ਦੱਸੋ, ਜਿਹਦੇ ਨਾਲ ਅਸੀਂ ਪਰਮੇਸ਼ਰ ਦੀਆਂ ਖੁਸ਼ੀਆਂ ਜਾਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕੀਏ। ਤੇ ਗੁਰਮੁਖੋ ਜਿਹੜੀ ਭਗਤੀ ਕਰਨੀ ਆ, ਬੰਦਗੀ ਕਰਨੀ ਆ, ਇਹ ਬਹੁਤ ਜ਼ਿਆਦਾ ਔਖੀ ਆ। ਹਰ ਇੱਕ ਬੰਦੇ ਦੇ ਇਨਸਾਨ ਦੇ ਵੱਸ ਦੀ ਗੱਲ ਨਹੀਂ। ਤੀਜੇ ਪਾਤਸ਼ਾਹ ਜੀ ਦੇ ਬਚਨ ਹਨ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਔਖਾ ਰਸਤਾ ਹੈ। ਔਖਾ ਕਹਿੰਦੇ ਕਿ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਿਆਦਾ ਔਖਾ ਹੈ, ਬਹੁਤ ਜ਼ਿਆਦਾ ਮੁਸ਼ਕਲ ਆ। ਆਮ ਤੌਰ ਤੇ ਕਹਿ ਦਿੰਦੇ ਕਿ ਇਹੀ ਵੇਲਾ ਸੌਣ ਦਾ ਤੇ ਇਹੀ ਵੇਲਾ ਨਹਾਉਣ ਦਾ, ਇਹੀ ਚ ਸੌਣ ਦਾ ਇੱਕ ਸਮਾਂ ਸੀ ਤੇ ਇਸੇ ਵੇਲੇ ਨਹਾ ਲਈਏ। ਗੁਰਮੁਖੋ ਆਖਣ ਔਖਾ ਸਾਚਾ ਨਾਉ। ਕਈ ਵਾਰ ਹੁੰਦਾ ਵੀ ਵੱਧਾ ਚੱਟੀ ਡਰ ਦੇ ਨਾਲ, ਭੈ ਦੇ ਨਾਲ ਲੋਕ ਨਹਾ ਵੀ ਲੈਂਦੇ ਤੇ ਨਹਾ ਕਰਕੇ ਫਿਰ ਛੇਤੀ ਛੇਤੀ ਸੌਣ ਦੀ ਕਰਦੇ ਆ। ਗੁਰਮੁਖੋ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਇਹਨਾਂ ਦਾ ਤਿਆਗ ਕਰਨਾ। ਸਾਰੀ ਦੁਨੀਆ ਦੇ ਲੋਕ ਇਹਨਾਂ ਦੀ ਧਾਰਨੀ ਆ। ਕਾਮ ਦੇ ਵੀ, ਕ੍ਰੋਧ ਦੇ ਵੀ, ਮੋਹ ਦੇ ਵੀ, ਲੋਭ ਦੇ ਵਿੱਚ, ਹੰਕਾਰ ਦੀ ਇਹਨਾਂ ਦੀ ਧਾਰਨੀ ਆ। ਕਾਮ ਕਰੋ, ਇਹਨਾਂ ਨੂੰ ਤਜਣਾ ਛੱਡਣਾ, ਬਹੁਤ ਨਾ ਹੀ ਬੋਲਣਾ, ਬਹੁਤੀਆਂ ਗੱਲਾਂ ਵੀ ਨਹੀਂ ਕਰਨੀਆਂ, ਬਹੁਤਾ ਨਾਮ ਜਪਣਾ, ਬਹੁਤੀ ਬਾਣੀ ਪੜ੍ਹਨੀਆਂ, ਬਹੁਤਾ ਸਿਮਰਨ ਕਰਨਾ, ਬਹੁਤੀ ਸੇਵਾ ਕਰਨੀਆਂ, ਬਹੁਤ ਨਾ ਹੀ ਬੋਲਣਾ। ਤੇ ਜਿਹੜਾ ਜ਼ਿਆਦੀਆਂ ਗੱਲਾਂ ਕਰਦਾ ਨਾ, ਬਹੁਤਾ ਬੋਲਣ ਝੱਖਣ ਹੋਏ, ਉਹ ਤੇ ਝੱਖਾਂ ਹੀ ਆ, ਕਿਸੇ ਲੇਖੇ ਵਿੱਚ ਨਹੀਂ। ਤੇ ਫਿਰ ਇਹ ਰਸਤਾ ਕਿਹੜਾ?
ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਖੰਡੇ ਦੀ ਧਾਰ ਦੇ ਨਾਲੋਂ ਗੁਰਮੁਖੋ ਰਸਤਾ ਤਿੱਖਾ ਹੈ, ਕੇਸ ਦੇ ਨਾਲੋਂ ਇਹ ਪਤਲਾ ਤੇ ਬਰੀਕ ਆ। ਤੇ ਸਿੱਧ ਲੋਕਾਂ ਨੇ ਬੇਨਤੀ ਜੋ ਕੀਤੀ ਸੀ ਕਿ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਫਿਰ ਜਿਹੜਾ ਭਗਤ ਜੋਗ ਆ ਜਾਂ ਜਿਹੜੇ ਰਸਤੇ ਦੇ ਤੁਸੀਂ ਪਾਂਦੀਆਂ ਉਹਦੇ ਬਾਰੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦੱਸਣਾ ਕਰੋ। ਸਿੱਧਾਂ ਦੀ ਬੇਨਤੀ ਨੂੰ ਸੁਣ ਕਰਕੇ ਸਰਬੱਤ ਦੇ ਭਲੇ ਵਾਸਤੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਾਰਿਆਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਆਓ। ਮਨ ਬਿਰਤੀ ਚਿੱਤ ਇਕਾਗਰ ਕਰਕੇ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦੂਜੀ ਪਉ ਲੱਖ ਹੋਏ। ਸੱਚੇ ਪਾਤਸ਼ਾਹ ਸਿੱਧਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ ਕਿ ਇਹ ਜਿਹੜਾ ਪਾਠ ਆ ਨਾ ਇੱਕ ਦੂ ਇਕੱਠਾ ਹੈ ਤੇ ਜੱਜਾ ਤੇ ਭਾਬੇ ਨੂੰ ਕਨੌੜਾ ਹੈ। ਕਈ ਲੋਕ ਇਹਨੂੰ ਜੀਭਾਉ ਕਰਦੇ ਆ। ਗੁਰਮੁਖੋ ਨਹੀਂ, ਇਹ ਜੀਭ ਦਾ ਵਾਚਕਿਆ ਤੇ ਭਾਉ ਕਰਾਂਗੇ ਤੇ ਇਹ ਡਰਦਾ ਵਾਚਕਿਆ। ਜੀਭੋ ਭਾਰਾ ਕਰਕੇ ਬੋਲਣਾ ਇੱਕ ਦੂ ਜੀਭੋ। ਸੱਚੇ ਪਾਤਸ਼ਾਹ ਜਿਹੜੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਇੱਕ ਜੀਭ ਦਿੱਤੀ ਆ, ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਇਹ ਲੱਖਾਂ ਜੀਭਾਂ ਬਣ ਜਾਣ। ਇੱਕ ਦੋ ਜੀਭੋ ਲੱਖ ਹੋ ਹੈ। ਕਿਰਪਾ ਕਰਕੇ ਸਾਨੂੰ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਸਾਨੂੰ ਲੱਖ ਜੀਭਾਂ ਦਿਓ। ਕਾਹਦੇ ਵਾਸਤੇ? ਗੰਦੇ ਗੀਣ ਗਾਉਣ ਵਾਸਤੇ ਜਾਂ ਆਪਣੀ ਵਡਿਆਈ ਤੇ ਪਰਾਏ ਦੀ ਨਿੰਦਾ ਕਰਨ ਵਾਸਤੇ ਨਹੀਂ। ਇਹ ਨਿੰਦਾ ਕਰਨ ਵਾਸਤੇ ਨਹੀਂ, ਗੰਦੇ ਗੀਤ ਗਾਉਣ ਵਾਸਤੇ ਵੀ ਨਹੀਂ, ਆਪਣੀ ਵਡਿਆਈ ਵਾਸਤੇ ਵੀ ਨਹੀਂ। ਆਮ ਤੌਰ ਤੇ ਤੁਸੀਂ ਸਟੇਜਾਂ ਤੇ ਜਾਂ ਟੀਵੀ ਅਖਬਾਰਾਂ ਤੇ ਆਪਣੀ ਮਸ਼ਹੂਰੀ ਕਰਦਿਆਂ ਨੂੰ ਲੋਕਾਂ ਨੂੰ ਦੇਖਦੇ ਹੋਗੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਊਗਾ, ਕਹੂਗਾ ਕਿ ਸੰਗਤ ਨੇ ਕਿਹਾ ਤਾਂ ਅਸੀਂ ਸਕੂਲ ਬਣਾਤਾ, ਅਸੀਂ ਉੱਥੇ ਯੂਨੀਵਰਸਿਟੀ ਬਣਾਤੀ, ਉੱਥੇ ਕਾਲਜ ਬਣਾਤਾ। ਤੇ ਗੁਰਮੁਖਾ ਤੇਰਾ ਕੀ ਪੈਸਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਤੇਰਾ ਇਹਦੇ ਵਿੱਚ ਕੀ ਹੈ? ਪੈਸਾ ਤੇ ਗੁਰੂ ਕਰਦਾ, ਪੈਸਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ। ਰਾਜਨੀਤਿਕ ਲੀਡਰ ਲੋਕ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਆਉਣਗੇ, ਕਹਿਣਗੇ ਕਿ ਮੈਂ ਇੱਥੇ ਇੰਨਾ ਅੰਨ ਦਿੱਤਾ, ਆ ਤੁਹਾਡੀਆਂ ਗਲੀਆਂ ਬਣਾਤੀਆਂ, ਤੁਹਾਡੀਆਂ ਫਲਸ਼ਾਂ ਬਣਾਤੀਆਂ, ਫਿਰਨੀ ਪੱਕੀ ਬਣਾਤੀ, ਆ ਵੇਖੋ ਪਿੰਡ ਨੂੰ ਮੈਂ ਸਵਾਰ ਦਿੱਤਾ। ਗੁਰਮੁਖਾ ਆਪਣਾ ਆਪ ਤੂੰ ਸਵਾਰਿਆ ਨਹੀਂ, ਪਿੰਡ ਦਾ ਕੀ ਸਵਾਰ ਦੇਗਾ? ਇਹ ਸਮਾਜ ਦਾ ਪੈਸਾ ਹੈ, ਇਹ ਜਨਤਾ ਦਾ ਪੈਸਾ। ਜਨਤਾ ਦਾ ਪੈਸਾ ਤੂੰ ਜਨਤਾ ਦੇ ਕੰਮਾਂ ਵਾਸਤੇ ਲਾ ਦਿੱਤਾ ਤੇ ਇਹਦੇ ਵਿੱਚ ਤੇਰਾ ਕੀ ਹੈ? ਤੇਰਾ ਤੇ ਕੁਛ ਨਹੀਂ। ਜਨਤਾ ਨੇ ਤੈਨੂੰ ਵੋਟਾਂ ਪਾਈਆਂ, 4 ਗਲੀਆਂ ਬਣਾ ਕਰਕੇ, ਇੱਕ ਸੜਕ ਬਣਾ ਕਰਕੇ, ਲੋਕਾਂ ਨੂੰ ਮਾੜੀ ਮੋਟੀ ਸਹੂਲਤ ਦੇ ਕਰਕੇ। ਹਿੰਦੁਸਤਾਨ ਦਾ ਗੁਰਮੁਖੋ ਰਿਵਾਜ ਕੀ ਹੈ? ਜਦੋਂ 1 ਰੁਪਈਆ ਮਨਜ਼ੂਰ ਹੁੰਦਾ ਨਾ, ਜਿਸ ਪਿੰਡ ਸ਼ਹਿਰ ਦੇ ਵਿੱਚ ਲੱਗਣਾ ਹੁੰਦਾ ਉੱਥੇ 25% ਆਉਂਦਾ ਰਹਿੰਦਾ, 75% ਰਸਤੇ ਵਿੱਚ ਟੁੱਟ ਜਾਂਦਾ। ਇੱਕ ਮੁਸ਼ਕਪੂਰ ਪਦਾਰਥ ਹੁੰਦਾ, ਜਿੰਨਾ ਚਿਰ ਮੁਸ਼ਕਪੂਰ ਢੱਕਣ ਦੇ ਥੱਲੇ ਬੰਦ ਰਹਿੰਦਾ ਉਹਨਾਂ ਚਿਰ ਪੂਰਾ ਰਹਿੰਦਾ। ਤੇ ਜਦੋਂ ਮੁਸ਼ਕਪੂਰ ਦਾ ਢੱਕਣ ਖੋਲ ਦਈਏ, ਪੂੜੀ ਕਾਗਜ਼ ਖੋਲ ਦਈਏ, ਤੇ ਗੁਰਮੁਖੋ ਮੁਸ਼ਕਪੂਰ ਆਪੇ ਉੱਡ ਜਾਂਦਾ, ਉਹਨੂੰ ਉਡਾਉਣ ਦੀ ਲੋੜ ਨਹੀਂ, ਉਹ ਆਪੇ ਹੀ ਉੱਡ ਜਾਂਦਾ। ਇਸੇ ਤਰ੍ਹਾਂ ਗੁਰਮੁਖੋ ਹਿੰਦੁਸਤਾਨ ਸਰਕਾਰ ਦੀਆਂ ਗ੍ਰਾਂਟਾਂ ਨੇ, ਚੱਲਦੀਆਂ ਨੇ ਸੈਂਟਰ ਸਰਕਾਰ ਤੋਂ, ਚੱਲਦੀਆਂ ਨੇ ਚੰਡੀਗੜ੍ਹ ਤੋਂ, ਪਿੰਡ ਤੱਕ ਸ਼ਹਿਰ ਤੱਕ ਪਹੁੰਚਦੀਆਂ ਗੁਰਮੁਖੋ 75% ਮੁਸ਼ਕਪੂਰ ਵਾਂਗੂ ਰਾਹ ਹੀ ਉੱਡ ਜਾਂਦੀਆਂ। ਤੇ ਫਿਰ 75% ਲੋਕ ਖਾ ਗਏ, ਅਫਸਰ ਖਾ ਗਏ, ਮੰਤਰੀ ਖਾ ਗਏ। ਤੇ ਫਿਰ ਜਦੋਂ ਪਿੰਡ ਦੀਆਂ ਗਲੀਆਂ ਬਣਾਉਣੀਆਂ ਤੇ 2 ਨੰਬਰ ਦੀਆਂ ਇੱਟਾਂ ਲਾਉਣੀਆਂ, 2 ਨੰਬਰ ਦਾ ਸਮਾਨ ਲਾਉਣਾ, ਤੇ ਮੁੜ ਕੇ ਅਖਬਾਰਾਂ ਤੇ ਮਸ਼ਹੂਰੀ ਦੇ ਦੇਣੀ ਕਿ ਮੈਂ ਬੜਾ ਚੰਗਾ ਕੰਮ ਕੀਤਾ। ਗੁਰਮੁਖੋ ਇਹ ਜ਼ਬਾਨ ਆਪਣੀ ਵਡਿਆਈ ਕਰਨ ਵਾਸਤੇ ਪਰਮੇਸ਼ਰ ਨੇ ਨਹੀਂ ਦਿੱਤੀ। ਸਿੱਧ ਲੋਕੋ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਜ਼ਬਾਨ ਮੰਗੋ, ਪਰਮੇਸ਼ਰ ਦੀ ਜਸ ਵਡਿਆਈ ਮੰਗੋ ਕਿ ਸੱਚੇ ਪਾਤਸ਼ਾਹ ਜਿਹੜੀ ਸਾਡੀ ਇੱਕ ਜੀਭ ਆ
ਉਹਦੀਆਂ ਲੱਖਾਂ ਜ਼ਬਾਨਾਂ ਬਣ ਜਾਣ, ਉਹਨਾਂ ਲੱਖਾਂ ਜ਼ਬਾਨਾਂ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰੀਏ। ਲੱਖ ਹੋਵਹਿ ਲੱਖ ਵੀਸ। ਫਿਰ ਉਹ ਜਿਹੜੀ ਲੱਖ ਜ਼ਬਾਨ ਬਣ ਗਈ ਆ, ਇੱਥੇ ਵੀ ਸੰਤੋਖ ਨਹੀਂ, ਹੋਰ ਪਰਮੇਸ਼ਰ ਦੇ ਕੋਲੋਂ ਮੰਗੀ ਸੱਚੇ ਪਾਤਸ਼ਾਹ ਇਹ ਜ਼ਬਾਨ ਸਾਡੀ ਜਿਹੜੀ ਆ ਨਾ ਹੋਰ ਵੀ 20 ਗੁਣਾ ਇਹਦੇ ਵਿੱਚ ਵਾਧਾ ਕਰ ਦਿਓ। ਲੱਖ ਲੱਖ ਗੇੜਾ ਆਖੀਐ। ਫਿਰ ਲੱਖਾਂ ਵਾਰ ਉਸ ਪਰਮੇਸ਼ਰ ਦੇ ਨਾਮ ਨੂੰ ਕਹਿਣਾ ਕਰੀਏ। ਏਕ ਨਾਮ ਜਗਦੀਸ਼। ਫਿਰ ਕੀ ਕਹਿਣਾ? ਇੱਕ ਜਿਹੜਾ ਪਰਮੇਸ਼ਰ ਦਾ ਨਾਮ ਕਹਿਣਾ ਹੈ। ਜਗਦੀਸ਼ ਜਿਹੜਾ ਸਾਰੇ ਜਗਤ ਦਾ ਈਸ਼ ਆ, ਮਾਲਕ ਆ। ਇੱਕ ਘਰ ਹੁੰਦਾ ਤੇ ਘਰ ਦਾ ਮਾਲਕ ਹੁੰਦਾ, ਸਰਪੰਚ ਪਿੰਡ ਦਾ ਮਾਲਕ ਬਣ ਜਾਂਦਾ ਹੈ, ਐਮਐਲਏ ਆਪਣੇ ਹਲਕੇ ਦਾ ਮਾਲਕ ਬਣ ਜਾਂਦਾ ਹੈ, ਮੁੱਖ ਮੰਤਰੀ ਇੱਕ ਸੂਬੇ ਦਾ ਮਾਲਕ ਬਣ ਜਾਂਦਾ, ਤੇ ਪ੍ਰਧਾਨ ਮੰਤਰੀ ਇੱਕ ਦੇਸ਼ ਦਾ ਮਾਲਕ ਬਣ ਜਾਂਦਾ ਕਿ ਮੈਂ ਦੇਸ਼ ਦਾ ਮਾਲਕ ਆ। ਤੇ ਜਿਹੜੀ ਪ੍ਰਜਾ ਨੇ ਵੋਟਾਂ ਪਾਈਆਂ ਉਹਦਾ ਕੋਈ ਵੀ ਨਾਂ ਨਹੀਂ। ਜਦੋਂ ਵੋਟਾਂ ਲੈਣ ਆਉਣਾ ਕਹਿਣਾ ਕਿ ਅਸੀਂ ਤੁਹਾਡੇ ਨੌਕਰ, ਤੁਹਾਡੇ ਸੇਵਾਦਾਰ। ਤੇ ਜਦੋਂ ਰਾਜ ਸੱਤਾ ਮਿਲ ਗਈ ਤੇ ਗੁਰਮੁਖੋ ਤੂੰ ਕੌਣ ਤੇ ਮੈਂ ਕੌਣ, ਉਦੋਂ ਕਿਸੇ ਨੂੰ ਪੁੱਛਦੇ ਨਹੀਂ। ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ ਕਿ ਇਹਨਾਂ ਲੱਖਾਂ ਜ਼ਬਾਨਾਂ ਦੇ ਨਾਲ ਕਰਨਾ ਕੀ ਹੈ? ਏਕ ਨਾਮ, ਇੱਕ ਪਰਮੇਸ਼ਰ ਦਾ ਨਾਮ ਜਪਣਾ। ਕੀਦਾ? ਜਗਦੀਸ਼ ਜਿਹੜਾ ਸਾਰੇ ਜਗਤ ਦਾ ਸਾਰੇ ਸ੍ਰਿਸ਼ਟੀ ਦਾ ਉਹ ਮਾਲਕ ਹੈ। ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਲੱਖਾਂ ਜ਼ਬਾਨਾਂ ਮਨ ਕਰਕੇ ਲੱਖ ਲੱਖ ਹੁਣ ਇੱਕ ਵਾਰ ਕਵਾਂਗੇ ਤੇ ਲੱਖਾਂ ਵਾਰ ਕਿਹਾ ਜਾਵੇਗਾ। ਤੇ ਲੱਖ ਜ਼ਬਾਨਾਂ ਜਿਹੜੀ ਰੋਮ ਆ, ਸਾਡੇ ਕੇਸ ਆ, ਇਹਨਾਂ ਦੇ ਨਾਲੋਂ ਵੀ ਸੱਚੇ ਪਾਤਸ਼ਾਹ 100 ਗੁਣਾ ਵਾਧਾ ਜ਼ਬਾਨਾਂ ਸਾਨੂੰ ਦਿਓ। ਅਸੀਂ ਇੱਕ ਪਰਮੇਸ਼ਰ ਦੀ ਬੰਦਗੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰੀਏ। ਏਤ ਰਾਹੇ ਪਤ ਪਵੜੀਆ। ਫਿਰ ਜਿਸ ਤਰ੍ਹਾਂ ਕਿ 4 ਵੇਦ ਆ, 6 ਸ਼ਾਸਤਰ ਆ, 4 ਵਰਨ ਆ, ਆਸ਼ਰਮ ਆ, ਰਿਖੀ ਮੁਨੀ ਆ, ਉਹਨਾਂ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਪਰਮੇਸ਼ਰ ਦੇ ਰਸਤੇ ਦੇ ਸਾਧਨ ਦੱਸੇ ਆ ਵੀ ਆ ਜੰਤਰ ਮੰਤਰ ਪੜੋਗੇ ਪਰਮੇਸ਼ਰ ਦੀ ਪ੍ਰਾਪਤੀ ਆ। ਤੇ ਸੱਚੇ ਪਾਤਸ਼ਾਹ ਨੇ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ, ਏਤ ਰਾਹੇ, ਏਤ ਦਾ ਨਾਮ ਹੈ, ਏਤ ਰਾਹੇ ਦਾ ਨਾਮ ਹੈ ਰਸਤਾ, ਪਤ ਪਵੜੀਆ। ਪਤ ਨਾਮ ਹੈ ਪਰਮੇਸ਼ਰ ਦਾ, ਤੇ ਪਤ ਨਾਮ ਹੈ ਇੱਜ਼ਤ ਦਾ, ਪਤ ਨਾਮ ਹੈ ਸੁਖੈਣ ਤਰੀਕੇ ਦਾ। ਏਤ ਰਾਹੇ ਪਤ ਪਵੜੀਆ, ਇਹ ਪਰਮੇਸ਼ਰ ਦੀ ਦਰਗਾਹ ਵਿੱਚ ਜਾਣ ਵਾਸਤੇ ਪੌੜੀਆਂ ਇੱਕ ਰਸਤਾ ਬਣਾਇਆ। ਜਿਸ ਤਰ੍ਹਾਂ ਕਿ ਪਰਮੇਸ਼ਰ ਦਾ ਸੂਖਮ ਰਸਤਾ ਉਹ ਨਿਗਾਹ ਵਿੱਚ ਨਹੀਂ ਆਉਂਦਾ, ਤੇ ਸੱਚੇ ਪਾਤਸ਼ਾਹ ਨੇ ਵੀ ਪਹੁੰਚਣ ਵਾਸਤੇ ਇੱਕ ਸੂਖਮ ਸਾਨੂੰ ਤਰੀਕਾ ਦੱਸਿਆ। ਉਹ ਫੜਿਆ ਨਹੀਂ ਜਾਂਦਾ, ਉਹ ਨਿਗਾਹ ਵਿੱਚ ਨਹੀਂ ਆਉਂਦਾ, ਕੰਨਾਂ ਦੇ ਨਾਲ ਗ੍ਰਹਿਣ ਨਹੀਂ ਕਰ ਸਕਦੇ, ਆਪਾਂ ਜੀਭ ਦੇ ਨਾਲ ਉਹਦਾ ਅੰਤ ਨਹੀਂ ਪਾ ਸਕਦੇ। ਜਿਸ ਤਰ੍ਹਾਂ ਪਰਮੇਸ਼ਰ ਦਾ ਰਸਤਾ, ਪਰਮੇਸ਼ਰ ਜਿਸ ਦਰਗਾਹ ਜਿਸ ਜਗ੍ਹਾ ਤੇ ਰਹਿੰਦਾ, ਤੇ ਸੱਚੇ ਪਾਤਸ਼ਾਹ ਨੇ ਸਾਨੂੰ ਰਸਤਾ ਵੀ ਉਹੋ ਜਿਹਾ ਢੰਗ, ਉਹੋ ਜਿਹਾ ਤਰੀਕਾ ਦੱਸਿਆ। ਇਹ ਚਰਾਹੇ ਪਤ ਪਵੜੀਆ, ਇਹ ਪਰਮੇਸ਼ਰ ਦੀ ਦਰਗਾਹ ਦਾ ਗੁਰਮੁਖੋ ਸਿੱਧ ਲੋਕੋ ਰਸਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਇਸ ਰਸਤੇ ਦਾ ਪਾਂਧੀ ਗੁਰਮੁਖੋ ਹਰ ਇੱਕ ਬੰਦਾ ਨਹੀਂ ਬਣ ਸਕਦਾ। ਸੰਤ ਕਾ ਮਾਰਗ, ਇਹ ਸੰਤਾਂ ਵਾਲਾ ਜਿਹੜਾ ਰਸਤਾ ਹੈ, ਪਰਮੇਸ਼ਰ ਦੀ ਦਰਗਾਹ ਵਾਲਾ ਜਿਹੜਾ ਰਸਤਾ, ਕੋ ਵੱਡ ਭਾਗੀ ਪਾਏ, ਜਿਹਦੇ ਮਨ ਵਿੱਚੋਂ ਵਡੱਪਣ ਦੀ ਇੱਛਾ ਦੂਰ ਹੋ ਗਈ ਆ, ਜਿਹਨੇ ਵਡੱਪਣ ਨੂੰ ਦੂਰ ਕੀਤਾ, ਆਪਣੇ ਆਪ ਨੂੰ ਨਿਮਾਣਾ ਤੇ ਨਿਤਾਣਾ ਸਮਝਿਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਇਹ ਗੁਰਮੁਖੋ ਧਰਮ ਦੀ ਪੌੜੀ ਆ, ਇੱਕ ਇੱਕ ਡੰਡਾ ਕਰਕੇ ਚੜ੍ਹਨਾ ਪੈਂਦਾ। ਕਈ ਵਾਰ ਇਹ ਹੁੰਦਾ, ਪਹਿਲੀ ਤੇ ਗੱਲ ਅਸੀਂ ਬਾਣੀ ਪੜ੍ਹਦੇ ਨਹੀਂ, ਜੇ ਬਾਣੀ ਪੜ੍ਹਦੇ ਆ ਫਿਰ ਉਹਦੇ ਨਾਲ ਸਾਡੀ ਕੋਈ ਸ਼ਰਤ ਹੁੰਦੀ ਆ, ਗੁਰੂ ਦੇ ਨਾਲ ਸ਼ਰਤ ਲਾਈ ਹੁੰਦੀ ਆ ਵੀ ਅਸੀਂ 40 ਦਿਨ ਆਉਣਾ, 40 ਦਿਨ ਇੰਨੇ ਪਾਠ ਕਰਨੇ ਆ, ਇੰਨੀਆਂ ਮਾਲਾਂ ਕਰਨੀਆਂ, ਇੰਨੇ ਮੂਲ ਮੰਤਰ ਦੇ ਪਾਠ ਕਰਨੇ ਆ। ਪਰ ਕਰਨੇ ਤਾਂ ਜੇ ਸੱਚੇ ਪਾਤਸ਼ਾਹ ਸਾਨੂੰ ਆਹ ਚੀਜ਼ ਦੇਵੇਂਗਾ ਤਾਂ ਕਰਾਂਗੇ। ਤੇ ਜਦੋਂ 40 ਦਿਨਾਂ ਬਾਅਦ ਸਾਡੀ ਇੱਛਾ ਦੇ ਅਨੁਸਾਰ ਸਾਡਾ ਕੰਮ ਨਾ ਹੋਇਆ ਤਾਂ ਅਸੀਂ ਕਹਿ ਦਿੰਦੇ ਵੀ ਮੈਂ ਗੁਰਦੁਆਰੇ ਬਹੁਤ ਮੱਥਾ, ਅਸੀਂ ਇਹ ਨਹੀਂ ਕਹਿੰਦੇ ਵੀ ਗੁਰਦੁਆਰੇ ਗਏ ਬਹੁਤ ਮੱਥਾ ਮਾਰਿਆ,
ਪਰ ਸਾਡੀ ਤੇ ਗੁਰੂ ਸਾਹਿਬ ਨੇ ਸੁਣੀ ਨਹੀਂ। ਗੁਰਮੁਖੋ ਸੁਣਦਾ ਭਾਵਨਾ ਦੇ ਅਨੁਸਾਰ ਸੁਣਦਾ, ਜਿਹੋ ਜੀ ਸਾਡੀ ਭਾਵਨਾ ਤੇ ਸੱਚੇ ਪਾਤਸ਼ਾਹ ਨੇ ਉਹੋ ਜੀ ਸਾਡੀ ਪੂਰੀ ਕਰਨੀ ਆ। ਸਿੱਧ ਲੋਕੋ, ਇਹ ਪਰਮੇਸ਼ਰ ਦੀ ਦਰਗਾਹ ਵਿੱਚ ਜਾਣ ਵਾਸਤੇ, ਅਕਾਲ ਪੁਰਖ ਦੀ ਮੰਜ਼ਿਲ ਤੱਕ ਪਹੁੰਚਣ ਵਾਸਤੇ ਇਹ ਅਕਾਲ ਪੁਰਖ ਵਾਹਿਗੁਰੂ ਨੇ ਪੌੜੀਆਂ ਬਣਾਈਆਂ, ਰਸਤਾ ਬਣਾਇਆ ਹੈ। ਚੜੀਐ ਹੋਏ 21 ਫਿਰ ਚੜ ਗਏ ਇਹਨਾਂ ਤੇ, ਚੜ ਕਰਕੇ ਹੋਈ ਹੈ 21। ਕੀਸ ਨਾਮ ਇੱਕ ਦਾ ਵੀ ਆ ਤੇ ਇੱਕ ਈਸ, ਉਹਦੇ ਵਿੱਚ ਅਭੇਦ ਵੀ ਹੋ ਸਕਦੇ ਆ। 21 ਕੀ ਆ? 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਵਕਾਰ ਤੇ 5 ਜਿਹੜੇ ਸਪਰਸ਼ ਆ, ਇਹਨਾਂ ਦੀ ਗਿਣਤੀ ਗੁਰਮੁਖੋ 20 ਬਣਦੀ ਆ। ਤੇ 21ਵਾਂ ਮਨ ਇਹਨਾਂ 5 ਕਰਮ ਇੰਦਰਿਆਂ ਨੂੰ ਤੇ 5 ਗਿਆਨ ਇੰਦਰੇ, 5 ਵਕਾਰ ਤੇ 5 ਜਿਹੜੇ ਸਪਰਸ਼ ਆ, 21ਵਾਂ ਮਨ। ਜਦੋਂ ਗੁਰਮੁਖੋ ਇਹਨਾਂ ਤੇ ਆਪਾਂ ਜਿੱਤ ਪ੍ਰਾਪਤ ਕਰਾਂਗੇ ਨਾ, ਕਈ ਤੇ ਜਿਹੜੇ ਦੁਨੀਆ ਦੇ ਪਦਾਰਥ ਆ ਉਹਨਾਂ ਵਿੱਚ ਫਸ ਜਾਂਦੇ, ਕਈ ਵਕਾਰਾਂ ਵਿੱਚ ਫਸ ਜਾਂਦੇ, ਕਈ ਆਪਣੀ ਵਡਿਆਈ ਵਿੱਚ ਫਸ ਜਾਂਦੇ ਆ, ਤੇ ਕਈ ਮਨ ਦੇ ਮਗਰੀ ਲੱਗੇ ਫਿਰਦੇ ਆ। ਉਹਨਾਂ ਨੂੰ ਕਹੀਏ ਨਾ ਕਿ ਪ੍ਰੇਮੀਆਂ ਅੰਮ੍ਰਿਤ ਛਕ ਲੈ, ਦਾੜੀ ਨਾ ਮਨਾਇਆ ਕਰ, ਸਿਰ ਨਾ ਮਨਾਇਆ ਕਰ, ਸ਼ਰਾਬ ਨਾ ਪੀਆ ਕਰ। ਉਹਦਾ ਅੱਗੋਂ ਜਵਾਬ ਹੁੰਦਾ, ਬਾਬਾ ਜੀ ਮੇਰਾ ਮਨ ਨਹੀਂ ਮੰਨਦਾ। ਮਨ ਦੇ ਮਗਰੀ ਲੱਗੇ ਫਿਰਦੇ ਆ। ਤੇ ਜਦੋਂ ਇਹਨਾਂ 21 ਦੇ ਉੱਪਰ ਆਪਾਂ ਜਿੱਤ ਪ੍ਰਾਪਤ ਕਰਾਂਗੇ, ਇਹਨਾਂ ਨੂੰ ਸਰ ਕਰ ਲਵਾਂਗੇ, ਇਹਨਾਂ ਨੂੰ ਲੰਘ ਜਾਵਾਂਗੇ, ਚੜ ਗਿਆ ਹੋਏ 21, ਫਿਰ ਇੱਕ ਈਸ ਦੀ ਮੰਜ਼ਿਲ ਆਪਾਂ ਤੈਅ ਕਰ ਸਕਦੇ ਹਾਂ, ਉਹਦੀ ਅਭੇਦਤਾ ਸਾਨੂੰ ਪ੍ਰਾਪਤ ਹੋਵੇਗੀ। ਸੁਣ ਗੱਲਾਂ ਆਕਾਸ ਕੇ। ਸੱਚੇ ਪਾਤਸ਼ਾਹ ਦੇ ਉੱਪਰ ਉਹਨਾਂ ਨੇ ਇੱਕ ਹੋਰ ਬੇਨਤੀ ਕੀਤੀ ਕਿ ਜਿਵੇਂ ਕਿ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਹੁੰਦੇ ਆ, ਜਿਸ ਤਰ੍ਹਾਂ ਗੁਰਮੁਖੋ ਬਾਜ਼ਾਰ ਵਿੱਚ ਜਾਓਗੇ ਨਾ ਤੇ ਤੁਹਾਨੂੰ ਅਸਲ ਚੀਜ਼ਾਂ ਵੀ ਮਿਲਣਗੀਆਂ, ਉਸੇ ਬਾਜ਼ਾਰ ਦੇ ਵਿੱਚ ਤੁਹਾਨੂੰ ਨਕਲੀ ਚੀਜ਼ਾਂ ਵੀ ਮਿਲਣਗੀਆਂ। ਜਿਵੇਂ ਸੱਚੇ ਤੇ ਸੁੱਚੇ ਗੁਰੂ ਆ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਸ ਤਰ੍ਹਾਂ ਪੂਰਾ ਗੁਰੂ ਆ, ਇਹਦੇ ਨਾਲ ਦੁਨੀਆ ਤੇ ਬਹੁਤਾਤ ਗਿਣਤੀ ਦੇ ਵਿੱਚ ਤੁਹਾਨੂੰ ਅਧੂਰੇ ਗੁਰੂ ਵੀ ਮਿਲਣਗੇ। ਵੇਖੋ ਇਹ ਜਿਹੜੇ ਗੁਰੂ ਆ ਹੈ ਵੀ ਪੰਜਾਬ ਦੀ ਧਰਤੀ ਤੇ ਆ। ਮਾਲਵੇ ਵਿੱਚ ਬਲਾਤਕਾਰੀ ਸਰਸੇ ਵਾਲਾ ਬੈਠਾ ਹੈ, ਮਾਝੇ ਵਿੱਚ ਝੂਠਾ ਪਖੰਡੀ ਦੰਭੀ ਬਿਆਸਾ ਵਾਲਾ ਬੈਠਾ ਹੈ, ਇਸੇ ਤਰ੍ਹਾਂ ਦੁਆਬੇ ਦੇ ਵਿੱਚ ਨੂਰ ਮਹਿਲੀਆ ਬੈਠਾ। ਹਰ ਇੱਕ ਪਿੰਡ ਵਿੱਚ ਲੋਕਾਂ ਨੇ ਗੱਦੀਆਂ ਬਣਾਈਆਂ, ਹਰ ਇੱਕ ਸ਼ਹਿਰ ਕਸਬੇ ਦੇ ਵਿੱਚ ਰਾਧਾ ਸੁਆਮੀਆਂ ਦੇ ਡੇਰੇ ਖੁੱਲੇ ਆ। ਗੁਰਮੁਖੋ ਸਿੱਧਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਕਿ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਜਾਂ ਬ੍ਰਹਮ ਦੇ ਵਿੱਚ ਅਭੇਦ ਹੋਣ ਵਾਲੇ ਵੀ ਹੁੰਦੇ ਆ, ਉਹਨਾਂ ਦੀ ਵਡਿਆਈ ਸੁਣ ਕੇ ਸੱਚੇ ਪਾਤਸ਼ਾਹ ਚੁੰਚ ਗਿਆਨੀ ਨਕਲੀ ਗੁਰੂ ਵੀ ਹੁੰਦੇ ਆ, ਤੇ ਸੱਚੇ ਪਾਤਸ਼ਾਹ ਉਹਨਾਂ ਦੀ ਬੇਨਤੀ ਨੂੰ ਸੁਣ ਕਰਕੇ ਜਵਾਬ ਦਿੰਦੇ ਆ, ਸੁਣ ਗੱਲਾਂ ਆਕਾਸ਼ ਕੀ। ਜਿਹੜੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਆ, ਉਹਨਾਂ ਦੀ ਵਡਿਆਈ ਸੋਭਾ ਸੁਣ ਕਰਕੇ ਕੀਟਾ ਆਈ ਰੀਸ। ਕੀੜਿਆਂ ਮਕੌੜਿਆਂ ਦੀ ਨਿਆਈ ਜਿਹੜੇ ਕਿਰਤ ਕਾਣਿਆ ਵਕਾਰੀ ਲੋਕ ਆ, ਉਹਨਾਂ ਨੇ ਵੀ ਉਹਨਾਂ ਦੀ ਰੀਸ, ਉਹਨਾਂ ਦੀ ਤੁਲਨਾ, ਉਹਨਾਂ ਦੀ ਬਰਾਬਰਤਾ ਕੀਤੀ ਹੈ। ਨਾਨਕ ਨਦਰੀ ਪਾਈਐ। ਫਿਰ ਜਦੋਂ ਅਕਾਲ ਪੁਰਖ ਵਾਹਿਗੁਰੂ ਕਸਵੱਟੀ ਲਾਉਂਦਾ, ਉਹਨਾਂ ਦੀ ਪਰਖ ਕਰਦਾ, ਨਦਰੀ ਉਹਨਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਦਾ ਜਾਂ ਪਰਖ ਕਰਦਾ ਹੈ। ਕੂੜੀ ਕੂੜਾ ਠੀਸ। ਫਿਰ ਉਹ ਕੂੜਾ ਜਿਹੜੇ ਝੂਠੇ ਲੋਕ ਆ, ਉਹ ਫਿਰ ਕੂੜੀ ਠੀਸ, ਕਈ ਤੇ ਵਕਾਰਾਂ ਵਿੱਚ ਫਸ ਜਾਂਦੇ ਆ। ਜਿਹੜੇ ਵਕਾਰਾਂ ਤੋਂ ਨਿਕਲ ਜਾਂਦੇ ਆ ਗੁਰਮੁਖੋ, ਉਹ ਪਦਾਰਥਾਂ ਵਿੱਚ ਫਸ ਜਾਂਦੇ ਆ। ਫਿਰ ਜਿਹੜੇ ਵਕਾਰਾਂ ਤੋਂ ਵੀ ਬਚ ਗਏ, ਪਦਾਰਥਾਂ ਤੋਂ ਵੀ ਬਚ ਗਏ, ਉਹ ਗੁਰਮੁਖੋ ਆਪਣੀ ਨਿੱਜੀ ਵਡਿਆਈ, ਨਿੱਜੀ ਸੋਭਾ ਵਿੱਚ ਫਸ ਜਾਂਦੇ ਆ। ਬਿਆਸਾ ਜਾਣ ਦਾ ਲੋਕਾਂ ਦਾ ਕਾਰਨ ਕੀ ਹੈ? ਉੱਥੇ ਗੁਰਮੁਖੋ ਠੰਡੇ ਦੀਆਂ ਬੋਤਲਾਂ ਬੜੀਆਂ ਸਸਤੀਆਂ ਮਿਲਦੀਆਂ, ਖਾਣ ਪੀਣ ਵਾਲੇ ਅਕਸਰ ਲੋਕ ਉੱਥੇ ਜਾਂਦੇ ਆ। ਉੱਥੇ ਸਵਾ ਰੁਪਏ ਦਾ ਸਮੋਸਾ ਖਾਣ ਨੂੰ ਮਿਲਦਾ, ਠੰਡੇ ਦੀਆਂ ਬੋਤਲਾਂ ਬੜੀਆਂ ਸਸਤੀਆਂ।
ਉੱਥੇ ਟੋਫੀਆਂ ਬੜੀਆਂ ਸਸਤੀਆਂ, ਉੱਥੇ ਪੈਰਾਂ 'ਚ ਪਾਉਣ ਵਾਲੀਆਂ ਜੁੱਤੀਆਂ ਬੜੀਆਂ ਸਸਤੀਆਂ, ਉੱਥੇ ਪਰਚੂਨ ਦਾ ਸੌਦਾ ਬੜਾ ਸਸਤਾ ਮਿਲਦਾ, ਉੱਥੇ ਕੱਪੜਾ ਬੜਾ ਸਸਤਾ ਮਿਲਦਾ ਤੇ ਡਾਕਟਰੀ ਇਲਾਜ ਉੱਥੇ ਬੜਾ ਸੌਖਾ। ਇਹ ਲੋਕਾਂ ਨੂੰ ਫਸਾਉਣ ਵਾਸਤੇ ਉਹਨਾਂ ਨੇ ਠੱਗੀ ਦੀ ਦੁਕਾਨ ਚਲਾਈ ਆ। ਇੱਕ ਸ਼ਿਕਾਰੀ ਪੰਛੀਆਂ ਨੂੰ ਫੜਨ ਵਾਸਤੇ ਗੁਰਮੁਖੋ ਧਰਤੀ ਤੇ ਜਾਲ ਪਾਉਂਦਾ, ਜਾਲ ਵਿਛਾਉਂਦਾ ਤੇ ਇਸ ਤਰ੍ਹਾਂ ਖਾਲੀ ਜਾਲ ਦੇ ਵਿੱਚ ਗੁਰਮੁਖੋ ਪੰਛੀ ਫਸਦੇ ਨਹੀਂ, ਬਹਿੰਦੇ ਨਹੀਂ। ਉਹ ਜਾਲ ਦੇ ਵਿੱਚ ਪਹਿਲਾਂ ਚੋਗਾ ਖਿਲਾਰਦਾ, ਚੋਗਾ ਖਿਲਾਰ ਕਰਕੇ ਉੱਤੇ ਜਾਲ ਵਿਛਾ ਦਿੰਦਾ। ਭੋਲੇ ਭਾਲੇ ਪੰਛੀ ਚੋਗਾ ਚੁਗਣ ਵਾਸਤੇ ਆਉਂਦੇ ਆ। ਜਦੋਂ ਚੋਗਾ ਚੁਗਿਆ ਫਿਰ ਪੇਟ ਭਰ ਗਿਆ, ਉੱਡਣ ਲੱਗਿਆ, ਪਰ ਉਹਨਾਂ ਤੋਂ ਉੱਡਿਆ ਨਹੀਂ ਗਿਆ। ਜਾਲ ਦੇ ਵਿੱਚ ਉਹਨਾਂ ਦੇ ਪੈਰ, ਉਹਨਾਂ ਦੀਆਂ ਨਹੁੰਦਰਾਂ ਪੈਰ ਫਸ ਗਏ, ਉੱਡੇ ਨਹੀਂ। ਖਾਦਾ ਸੀ ਸਵਾਦ ਵਾਸਤੇ ਚੋਗਾ, ਪੇਟ ਪੂਰਤੀ ਕੀਤੀ ਵੀ ਸ਼ਾਇਦ ਇਹਨੇ ਪਰਉਪਕਾਰ ਕੀਤਾ, ਪਰ ਸਦਾ ਵਾਸਤੇ ਉਹ ਸ਼ਿਕਾਰੀ ਦੇ ਅਧੀਨ ਹੋ ਗਈ, ਉਹਨੇ ਆਪਣਾ ਸ਼ਿਕਾਰ ਬਣਾ ਲਿਆ। ਇਸੇ ਤਰ੍ਹਾਂ ਇਹਨਾਂ ਦੰਭੀ ਪਖੰਡੀ ਲੋਕਾਂ ਨੇ ਜਿਹੜੇ ਜੀਵ ਰੂਪੀ ਪੰਛੀ ਆ ਉਹਨਾਂ ਦੇ ਵਾਸਤੇ, ਉਹਨਾਂ ਨੂੰ ਫਸਾਉਣ ਵਾਸਤੇ ਇਹ ਪਦਾਰਥ ਰੂਪੀ ਚੋਗਾ ਪਾਇਆ। ਉੱਥੇ ਖਾਣ ਵਾਸਤੇ ਸਮੋਸੇ ਬੜੇ ਸਸਤੇ, ਠੰਡੇ ਦੀਆਂ ਬੋਤਲਾਂ ਬੜੀਆਂ ਸਸਤੀਆਂ, ਘਰੇ ਜਾਵਾਂਗੇ ਬੱਚਿਆਂ ਨੂੰ ਖੁਸ਼ ਕਰਾਂਗੇ, ਟੋਫੀਆਂ ਉੱਥੇ ਬੜੀਆਂ ਸਸਤੀਆਂ ਮਿਲਦੀਆਂ। ਫਿਰ ਪਰਚੂਨ ਦਾ ਸੌਦਾ ਬੜਾ ਸਸਤਾ, ਕੱਪੜਾ ਬੜਾ ਸਸਤਾ। ਇਸ ਕਰਕੇ ਲੋਕ ਸਸਤਾ ਸੌਦਾ ਖਰੀਦਣ ਵਾਸਤੇ ਬਿਆਸਾ ਵਾਲੇ ਦੇ ਤੇ ਜਾਂ ਜਿਹੜਾ ਉਹ ਬਲਾਤਕਾਰੀ ਸਰਸੇ ਵਾਲਾ ਗੁਰਮੁਖੋ, ਉਹਨੇ ਜੀਵ ਲੋਕਾਂ ਨੂੰ ਫਸਾਇਆ ਕਿਵੇਂ ਆ? ਉਹਨੇ ਇੱਕ ਬਤਾਊ ਲੈ ਲੈਣਾ ਹੱਥ ਵਿੱਚ ਤੇ ਉਸ ਪਖੰਡੀ ਦਾ 5-5 ਹਜ਼ਾਰ ਦਾ ਇੱਕ ਬਤਾਊ ਵਿਕ ਜਾਂਦਾ। ਉਹ ਬਤਾਊ 1 ਰੁਪਈਏ ਦਾ ਬਾਜ਼ਾਰ ਵਿੱਚੋਂ ਮਿਲ ਜਾਂਦਾ। ਪਰ ਅੰਨੇ ਤੇ ਮੂਰਖ ਲੋਕ ਆਖੇ ਜੀ ਪਿਤਾ ਜੀ ਨੇ ਹੱਥ ਲਾਇਆ। ਗੁਰਮੁਖੋ ਪਿਤਾ ਬਲਾਤਕਾਰੀ ਨਹੀਂ ਹੁੰਦਾ, ਪਿਤਾ ਸਵਾਰਸੀ ਨਹੀਂ ਹੁੰਦਾ, ਪਿਤਾ ਨਿਰਦੋਸ਼ ਲੋਕਾਂ ਦਾ ਕਾਤਲ ਨਹੀਂ ਹੁੰਦਾ। ਪਿਤਾ ਕੌਣ ਆ? ਅਕਾਲ ਪੁਰਖ ਵਾਹਿਗੁਰੂ ਸਾਡੇ ਪਿਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਅਕਾਲ ਪੁਰਖ ਵਾਹਿਗੁਰੂ ਆ, ਉਹਨੂੰ ਤੇ ਕਦੀ ਅਸੀਂ ਪਿਤਾ ਨਹੀਂ ਕਿਹਾ। ਜਿਹੜੇ ਪਿਤਾ ਨੇ ਸਾਨੂੰ ਜਨਮ ਦਿੱਤਾ ਉਹਨੂੰ ਕਦੇ ਪਿਤਾ ਨਹੀਂ ਕਿਹਾ। ਪਰ ਜਿਹੜਾ ਬਲਾਤਕਾਰੀ ਆ, ਬਲਾਤਕਾਰ ਉਹਦੇ ਤੇ ਦੋਸ਼ ਸਾਬਤ ਹੋ ਗਿਆ, ਬਲਾਤਕਾਰ ਦੀ ਉਹ ਸਜ਼ਾ ਭੁਗਤਦਾ ਤੇ ਅਜੇ ਵੀ ਅੰਨੇ ਸ਼ਰਧਾਲੂ ਲੋਕ ਉਹਨੂੰ ਕਹੇ ਜਾਂਦੇ ਸਾਡੇ ਪਿਤਾ ਜੀ ਇਹ ਜੇਲ੍ਹ ਵਿੱਚ ਜਾ ਕਰਕੇ ਜਿਹੜੇ ਕੈਦੀ ਲੋਕ ਆ ਉਹਨਾਂ ਦਾ ਭਲਾ ਕਰਨ ਵਾਸਤੇ ਗਏ। ਗੁਰਮੁਖੋ ਕਿੱਧਰ ਦੀ ਗੱਲ ਆ? ਸਿੱਖ ਮੌਤ ਨੂੰ ਜਾਂ ਸਜ਼ਾ ਨੂੰ ਵੇਖ ਕਰਕੇ ਗੁਰਮੁਖੋ ਘਬਰਾਉਂਦਾ ਨਹੀਂ। ਤੇ ਪਰ ਇਹ ਪਖੰਡੀ ਗੁਰੂ ਨੂੰ ਜਦੋਂ ਕੋਰਟ ਵਿੱਚ ਸਜ਼ਾ ਸੁਣਾਈ ਨਾ ਵੀ ਹੁਣ ਮੈਨੂੰ ਸਜ਼ਾ ਭੋਗਣੀ ਪੈਣੀ ਆ, ਤਰ੍ਹਾਂ ਤਰ੍ਹਾਂ ਦੀਆਂ ਜਨਾਨੀਆਂ ਨਾਲ ਮੰਦ ਕਰਮ ਕਰਦਾ ਸੀ, ਹੁਣ ਕੈਦ ਜਾਣਾ ਪੈਣਾ, ਉੱਥੇ ਕੈਦ ਵਿੱਚ ਜੇਲ੍ਹ ਦੀ ਵਰਦੀ ਪਾਉਣੀ ਪੈਣੀ ਆ, ਫਿਰ ਜੇਲ੍ਹ ਦੀ ਮਸ਼ੱਕਤ ਕਰਨੀ ਪੈਣੀ ਆ। ਹੁਣ ਖੁੱਦਾ ਖੁੱਲਾ ਖਾਦਾ, ਮੰਦਾ ਬੋਲਿਆ, ਮੰਦੇ ਕਰਮ ਕੀਤੇ ਤੇ ਜਦੋਂ ਕੋਰਟ ਨੇ ਸਜ਼ਾ ਸੁਣਾਈ ਨਾ, ਅੰਨੇ ਲੋਕਾਂ ਦੇ ਗੁਰੂ ਦਾ ਕੱਪੜਿਆਂ ਦੇ ਵਿੱਚ ਪਿਸ਼ਾਬ ਨਿਕਲ ਗਿਆ। ਸਿੱਖ ਮੌਤ ਨੂੰ ਸੁਣ ਕਰਕੇ ਹੈਰਾਨ ਨਹੀਂ ਹੁੰਦਾ, ਪਰੇਸ਼ਾਨ ਨਹੀਂ ਹੁੰਦਾ, ਖੁਸ਼ ਹੁੰਦਾ। ਸਿੱਖ ਕਾਮ ਦੇ ਹੀਰੇ ਜਦੋਂ ਜਿੰਦੇ ਤੇ ਸੁੱਖੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਨਾ, ਫਾਂਸੀ ਦੀ ਸਜ਼ਾ, ਮੌਤ ਸਜ਼ਾਏ ਮੌਤ, ਤੇ ਉਹਨਾਂ ਨੇ ਗੁਰਮੁਖੋ ਬੋਲੇ ਸੋ ਨਿਹਾਲ ਦੇ ਜਕਾਰੇ ਛੱਡੇ ਸੀ। ਜੇਲ੍ਹ ਦੇ ਵਿੱਚ ਉਹਨਾਂ ਨੇ ਮਠਿਆਈ ਵੰਡੀ ਸੀ, ਉਹ ਗੁਰੂ ਨਹੀਂ ਸੀ, ਉਹ ਸਿੱਖ ਆ। ਆਪਣੇ ਆਪ ਨੂੰ ਗੁਰੂ ਕਹਾਉਣ ਵਾਲਾ ਸਰਸੇ ਵਾਲਾ ਬਲਾਤਕਾਰੀ ਜਦੋਂ ਚੰਡੀਗੜ੍ਹ ਕੋਰਟ ਨੇ ਸਜ਼ਾ ਸੁਣਾਈ, ਸਜ਼ਾ ਸੁਣਦਿਆਂ ਸਾਰ ਪਖੰਡੀ ਗੁਰੂ ਦਾ ਵਿੱਚੇ ਪਿਸ਼ਾਬ ਨਿਕਲ ਗਿਆ। ਇਹ ਕਲਯੁਗ ਦੇ ਗੁਰੂ ਆ। ਸੱਚਾ ਗੁਰੂ ਗੁਰਮੁਖੋ ਕਦੇ ਡਰਦਾ ਨਹੀਂ ਤੇ ਸੱਚੇ ਗੁਰੂ ਦੇ ਸਿੱਖ ਵੀ ਗੁਰਮੁਖੋ ਕਦੇ ਵਾਸਤੇ ਡਰਦੇ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕੂੜੀ ਕੂੜਾ ਠੀਸ
ਉਹਨਾਂ ਝੂਠੇ ਲੋਕਾਂ ਦੀ ਜਦੋਂ ਪਰਮੇਸ਼ਰ ਪਰਖ ਕਰਦਾ, ਕਈ ਵਿਕਾਰਾਂ ਵਿੱਚ ਫਸ ਜਾਂਦੇ ਆ, ਕਈ ਪਦਾਰਥਾਂ ਵਿੱਚ ਫਸ ਜਾਂਦੇ ਆ, ਉਹਨਾਂ ਦੀ ਪਰਖ ਵਿੱਚੋਂ ਕਦੇ ਵਾਸਤੇ ਪੂਰੇ ਨਹੀਂ ਆਉਂਦੇ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। 10 ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜੀ ਗੁਰਬਾਣੀ ਕੀਰਤਨ ਕਥਾ ਵਿਚਾਰ ਦਾ ਮਹੱਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਾਰਾ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ